ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲਹੁ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਵਾਹਿਗੁਰੂ ਜੀ। ਅਗ ਤਤੀ ਜਲ ਸੀਲਾ, ਕਿਤ ਅਵਗੁਣ ਕਿਤ ਗੁਣ ਵਿਚਾਰਾ। ਅੱਗੀ ਧੂਆਂ ਧੌਲ ਹਰ, ਜਲ ਨਿਰਮਲ ਗੁਰ ਗਿਆਨ ਸੁਚਾਰਾ। ਕੁਲ ਦੀਪਕ ਬੈ ਸੰਤ ਰਹੋ, ਜਾਲ ਕੁਲ ਕਵਲ ਵੱਡੇ ਪਰਵਾਰਾ। ਦੀਪਕ ਹੇਤ ਪਤੰਗ ਦਾ, ਕਵਲ ਭਵਰ ਪ੍ਰਗਟ ਪਹਾਰਾ। ਅੱਗੀ ਲਾਟ ਉਚਾਟ ਹੈ, ਸਿਰ ਉੱਚਾ ਕਰ ਕਰੇ ਕੁਚਾਰਾ। ਸਿਰ ਨੀਵਾਂ ਨੀਵਾਣ ਵਾਸ, ਪਾਣੀ ਅੰਦਰ ਪਰ ਉਪਕਾਰਾ। ਨਿਵ ਚੱਲੈ ਸੋ ਗੁਰੂ ਪਿਆਰਾ, ਨਿਵ ਚੱਲੈ ਸੋ ਗੁਰੂ ਪਿਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸ਼ਹਿਨਸ਼ਾਹ ਪਾਤਸ਼ਾਹ ਧੰਨ ਦਾਤਾਰ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਕਿਰਪਾ ਬਖਸ਼ਿਸ਼ ਦੇ ਸਦਕਾ ਜੋ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਲੜੀਵਾਰ ਕਥਾ ਗੁਰੂ ਆਸੀਸ ਦੇ ਨਾਲ ਸਰਵਣ ਕਰ ਰਹੇ ਹਾਂ। ਸੋ ਪਾਵਨ ਚੌਥੀ ਵਾਰ ਦੀਆਂ 4 ਪੌੜੀਆਂ ਪਿਛਲੇ ਦਿਨੀ ਆਪਾਂ ਸਰਵਣ ਕੀਤੀਆਂ ਨੇ। ਸੋ 5ਵੀਂ ਪੌੜੀ ਜੋ ਪਾਠ ਰੂਪ ਵਿੱਚ ਸਰਵਣ ਕੀਤੀ ਹੈ, ਆਓ ਇਸ ਪਾਵਨ ਪੌੜੀ ਦੀ ਵਿਚਾਰ ਪ੍ਰਾਰੰਭ ਕਰੀਏ। ਅਰਦਾਸ ਕਰੋ, ਮਾਲਕ ਸਤਿਗੁਰੂ ਤਰਸ ਦੇ ਘਰ ਵਿੱਚ ਆ ਕੇ ਇਕਾਗਰਤਾ ਨਾਲ ਭਾਉ ਭਾਵਨੀ ਪ੍ਰੇਮ ਦੇ ਨਾਲ ਇਸ ਪਾਵਨ ਰਚਨਾ ਦੀ ਵਿਚਾਰ ਕਰਨ ਦੀ ਸਮਰੱਥਾ ਦੇਣ। ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਪਿਆਰ ਸਹਿਤ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋ ਇਸ ਪਾਵਨ 5ਵੀਂ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਅੱਗ ਅਤੇ ਜਲ ਦਾ ਸੁਮੇਲ ਕਰਕੇ ਨਿਮਰਤਾ ਦਾ ਦ੍ਰਿਸ਼ਟਾਂਤ ਦਿੰਦੇ ਨੇ, ਕਿਉਂਕਿ ਇਸ ਪਾਵਨ ਚੌਥੀ ਵਾਰ ਦੀਆਂ ਪਿਛਲੀਆਂ 4 ਪੌੜੀਆਂ ਦੇ ਵਿੱਚ ਵੀ ਭਾਈ ਸਾਹਿਬ ਜੀ ਨੇ ਨਿਮਰਤਾ ਦਾ ਉਪਦੇਸ਼ ਦਿੱਤਾ, ਨਿਮਰਤਾ ਦੇ ਇਸ਼ਾਰੇ ਕੀਤੇ। ਨਿਮਰਤਾ ਸਿੱਖ ਦੇ ਜੀਵਨ ਵਿੱਚ ਕਿੰਨੀ ਜ਼ਰੂਰੀ ਹੈ ਤੇ ਕਿਵੇਂ ਕਿਵੇਂ ਹੈ। ਜਿੱਥੇ ਭਾਈ ਸਾਹਿਬ ਜੀ ਨੇ ਚਰਨ ਜਿਹੜੇ ਸਾਰਿਆਂ ਤੋਂ ਨੀਵੇਂ ਉਹ ਦ੍ਰਿਸ਼ਟਾਂਤ ਦਿੱਤਾ, ਇਸ ਉਂਗਲੀ ਦਾ ਦ੍ਰਿਸ਼ਟਾਂਤ ਦਿੱਤਾ। ਸੋ ਇਸ ਤਰ੍ਹਾਂ ਅੱਜ ਅੱਗ ਅਤੇ ਜਲ ਦੇ ਵਿੱਚ ਜਿਹੜੀ ਨਿਮਰਤਾ ਹੈ ਉਹਦਾ ਦ੍ਰਿਸ਼ਟਾਂਤ ਦਿੰਦੇ ਨੇ। ਅੱਗ ਤਤੀ ਜਲ ਸੀਲਾ, ਕਿਤ ਅਵਗੁਣ ਕਿਤ ਗੁਣ ਵਿਚਾਰਾ। ਕਹਿੰਦੇ ਅੱਗ ਜਿਹੜੀ ਉਹ ਬਹੁਤ ਤੱਤੀ ਹੈ। ਅੱਗ ਦੇ ਵਿੱਚ ਤਮੋਗੁਣੀ ਸੁਭਾਅ ਹੈ ਅੱਗ ਦਾ। ਤੇ ਜਲ ਸੀਲਾ, ਜਲ ਬਹੁਤ ਠੰਡਾ ਹੈ। ਜਲ ਦੇ ਵਿੱਚ, ਪਾਣੀ ਦੇ ਵਿੱਚ ਸਤੋਗੁਣੀ ਸੁਭਾਅ ਹੈ। ਪਰ ਇਹ ਜਿਹੜਾ ਸੁਭਾਅ ਹੈ ਕਿਤ ਗੁਣ ਵਿਚਾਰਾ, ਇਹ ਗੁਣ ਜਿਹੜਾ ਹੈ ਦੋਨਾਂ ਦਾ, ਉਹਦਾ ਤਪਨਾ ਗੁਣ ਉਹਦਾ ਤਮੋਗੁਣੀ ਸੁਭਾਅ ਗੁਣ ਹੈ ਤੇ ਪਾਣੀ ਦਾ ਸਤੋਗੁਣੀ ਸੁਭਾਅ ਉਹਦਾ ਗੁਣ ਹੈ। ਤਾਂ ਇਹਨੂੰ ਕਿਸ ਵਿਚਾਰ ਦੇ ਵਿੱਚ ਪਾ ਕਰਕੇ ਇਹਦਾ ਵਿਚਾਰ ਕੀਤਾ ਜਾਵੇ। ਅੱਗੀ ਧੂਆਂ ਧੌਲ ਹਰ, ਜਲ ਨਿਰਮਲ ਗੁਰ ਗਿਆਨ ਸੁਚਾਰਾ। ਅੱਗ ਮੰਦਰ ਨੂੰ ਅੱਗੀ ਧੂਆਂ ਧੌਲ ਹਰ, ਅੱਗ ਮੰਦਰ ਨੂੰ ਮੈਲਾ ਕਰਦੀ, ਘਰ ਨੂੰ ਮੈਲਾ ਕਰਦੀ। ਕਿਉਂ? ਕਿਉਂਕਿ ਧੂਏਂ ਦੇ ਵਿੱਚ ਮੈਲ ਹੈ। ਆਪਾਂ ਚਲੋ ਅੱਜ ਗੈਸ ਹੈ, ਪਹਿਲਾਂ ਦੇਖਦੇ ਸੀ ਜਿੱਥੇ ਚੁੱਲ੍ਹਾ ਬਲਦਾ ਤਾਂ ਚੁੱਲ੍ਹੇ ਦੀ ਬੈਕ ਸਾਈਡ 'ਤੇ ਭਾਵੇਂ ਉਹ ਕੰਧ ਹੈ, ਭਾਵੇਂ ਚੌਂਕੇ ਦੀ ਕੰਧ ਹੈ, ਪੱਕੀ ਕੰਧ ਹੈ। ਫਿਰ ਜੇ ਕਿਤੇ ਰਸੋਈ ਦੇ ਵਿੱਚ ਚੁੱਲ੍ਹਾ ਹੈ ਤਾਂ ਉੱਤੇ ਛੱਤ ਬਿਲਕੁਲ ਕਾਲੀ ਹੋ ਜਾਂਦੀ ਸੀ, ਕੰਧ ਕਾਲੀ ਹੋ ਜਾਂਦੀ ਸੀ। ਜਿਸ ਕੰਧ ਦੇ ਕੋਲ ਚੁੱਲ੍ਹਾ ਹੋਵੇ ਉਹਦੇ ਆਸੇ-ਪਾਸੇ ਬਿਲਕੁਲ ਕਾਲਾਪਣ, ਕੰਧਾਂ ਦੇ ਉੱਤੇ ਧੂਆਂ ਜੰਮ ਜਾਂਦਾ ਹੈ। ਸੋ ਇਸ ਤਰ੍ਹਾਂ ਅੱਗ ਜਿਹੜੀ ਹੈ ਉਹ ਮੈਲਾ ਕਰਦੀ ਹੈ ਤੇ ਜਲ ਨਿਰਮਲ, ਪਾਣੀ ਜਿਹੜਾ ਹੈ
ਉਹ ਬਿਲਕੁਲ ਸਾਫ਼ ਕਰ ਦਿੰਦਾ। ਉਸੇ ਕੰਧਾਂ 'ਤੇ ਜਦੋਂ ਪਾਣੀ ਪਾਈਏ ਉਹਨਾਂ ਕੰਧਾਂ ਨੂੰ ਧੋ ਕੇ ਬਿਲਕੁਲ ਨਵੀਆਂ ਨਕੋਰ ਕੱਢ ਦਿੰਦਾ ਹੈ। ਤਾਂ ਭਾਈ ਸਾਹਿਬ ਜੀ ਕਹਿੰਦੇ ਗੁਰੂ ਦੇ ਗਿਆਨ ਨਾਲ ਇਹਦਾ ਵਿਚਾਰ ਕਰੋ, ਗੁਰ ਗਿਆਨ ਸੁਚਾਰਾ। ਇਸ ਚੀਜ਼ ਦਾ ਵਿਚਾਰ ਕਰੋ ਗੁਰੂ ਕੇ ਗਿਆਨ ਦੇ ਨਾਲ। ਇਹਨਾਂ ਦੋਨਾਂ ਦੇ ਸੁਭਾਅ ਦਾ ਅੰਤਰ ਕੀ ਹੈ। ਫਿਰ ਇਹਨਾਂ ਦੋਨਾਂ ਦੇ ਸੁਭਾਅ ਦੇ ਵਿੱਚੋਂ ਵੀ ਇੱਕ ਗੁਣ ਜਿਹੜਾ ਹੈ ਸਾਨੂੰ ਪ੍ਰਾਪਤ ਹੁੰਦਾ ਹੈ, ਉਹ ਗੁਰੂ ਦੀ ਕਿਰਪਾ, ਗੁਰੂ ਕੇ ਸ਼ਬਦ ਦੇ ਨਾਲ ਵਿਚਾਰ ਕਰੋ। ਸੋ ਵਿਚਾਰ ਕਰਕੇ ਅੱਗੇ ਸਾਨੂੰ ਜ਼ਿਕਰ ਕਰਕੇ ਸਮਝਾਉਣਗੇ ਵੀ, ਪਰ ਹੁਣ ਇੱਥੇ ਸਾਨੂੰ ਜੋ ਸਮਝ ਆ ਰਿਹਾ, ਕੁਲ ਦੀਪਕ ਬੈ ਸੰਤ ਰਹੂੰ, ਜਲ ਕੁਲ ਕਵਲ ਵੱਡੇ ਪਰਵਾਰਾ। ਫਿਰ ਭਾਈ ਸਾਹਿਬ ਜੀ ਕਹਿੰਦੇ ਅੱਗ ਜਿਹੜੀ ਹੈ ਨਾ, ਅੱਗ ਦੀ ਕੁੱਲ ਦਾ ਬਲਿਆ ਹੋਇਆ ਦੀਵਾ ਜਿਹੜਾ ਉਹ ਜਦੋਂ ਬਲਿਆ ਤਾਂ ਉਹ ਛੋਟਾ ਹੈ, ਜਦੋਂ ਬੁੱਝਿਆ ਤਾਂ ਉਹ ਵੱਡਾ ਹੈ। ਕਿਉਂਕਿ ਪੁਰਾਣੇ ਆਪਾਂ ਨੂੰ ਪਤਾ ਹੋਏਗਾ, ਹੁਣ ਤੇ ਆਪਾਂ ਸ਼ਬਦ ਵਰਤਦੇ ਨੇ ਦੀਵਾ ਬੁਝਾ ਦਿਓ, ਪਰ ਪੁਰਾਣੇ ਬਜ਼ੁਰਗ ਜਿਹੜੇ ਨੇ ਹੁਣ ਵੀ ਸ਼ਬਦ ਵਰਤਦੇ ਦੀਵਾ ਵੱਡਾ ਕਰ ਦਿਓ। ਕੋਈ ਘਰ ਦੇ ਵਿੱਚ ਹੁਣ ਤੇ ਖੈਰ ਦੀਵੇ ਬਾਲਣੇ, ਇੱਕ ਦੀਵਾਲੀ ਤੇ ਮਨੁੱਖ ਦੀਵੇ ਬਾਲਦਾ, ਨਹੀਂ ਤੇ ਦੀਵੇ ਵੀ ਅੱਜ ਕੱਲ੍ਹ ਕੌਣ ਬਾਲਦਾ। ਪਰ ਪਹਿਲਾਂ ਲਾਈਟ ਚਲੀ ਜਾਣੀ, ਦੀਵਾ ਬਾਲਣਾ ਰਾਤ ਨੂੰ, ਕਿਸੇ ਨੇ ਮੋਮਬੱਤੀ ਬਾਲਣੀ ਜਾਂ ਕਿਸੇ ਨੇ ਸ਼ੀਸ਼ੀ ਵਿੱਚ ਮਿੱਟੀ ਦਾ ਤੇਲ ਪਾ ਕੇ ਬਾਲਣਾ। ਸੋ ਇਸ ਤਰ੍ਹਾਂ ਲੈਂਪ ਜਗਾ ਲੈਣੇ, ਬੜਾ ਕੁਛ ਦੇਖਦੇ ਰਹੇ ਹਾਂ। ਹੁਣ ਤੇ ਲਾਈਟ ਜਾਵੇ, ਇਨਵਰਟਰ ਨੇ, ਟਾਰਚਾਂ ਨੇ, ਮੋਬਾਈਲਾਂ ਦੇ ਵਿੱਚ ਸਾਰਾ ਕੁਛ ਹੈ। ਦੀਵਾ ਬਾਲਣਾ ਤੇ ਸ਼ਾਇਦ ਸਮਾਂ ਪਾ ਕਰਕੇ ਇੰਝ ਲੱਗੇਗਾ ਕਿ ਦੀਵਾ ਬਾਲਣਾ ਵੀ ਸ਼ਾਇਦ ਆਉਣ ਵਾਲੇ ਬੱਚਿਆਂ ਨੂੰ ਭੁੱਲ ਜਾਏਗਾ ਕਿ ਦੀਵਾ ਬਾਲੀ ਦਾ ਕਿਵੇਂ ਹੈ, ਕਿਉਂਕਿ ਦੀਵਾ ਬਾਲਣਾ ਵੀ ਸੁਖੈਨ ਤਰੀਕਾ ਨਹੀਂ ਹੈ। ਦੀਵਾਲੀ 'ਤੇ ਦੀਵੇ ਬਾਲਣੇ ਹੋਣ ਨਾ, ਤੇ ਨੌਜਵਾਨ ਜਾਂ ਇੰਝ ਕਹਿ ਲਓ ਜਿਹੜੀ ਅੱਜ ਦੀ ਪੀੜ੍ਹੀ, ਛੋਟੇ ਬੱਚੇ ਨੇ ਜਿਨ੍ਹਾਂ ਨੂੰ ਕੁਛ ਨਹੀਂ ਪਤਾ ਹੁੰਦਾ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਦੀਵੇ ਨੂੰ ਜਲਾਉਣਾ ਕਿਵੇਂ। ਕਿਉਂਕਿ ਪਹਿਲਾਂ ਦੀਵੇ ਨੂੰ ਭਿਉਂਦੇ ਨੇ ਉਹਨੂੰ, ਤਾਂ ਕਿ ਉਹ ਜਿਹੜਾ ਤਰ ਹੋ ਜਾਵੇ, ਨਹੀਂ ਤਾਂ ਜਿੰਨਾ ਤੇਲ ਪਾਉਣੇ ਉਹ ਦੀਵਾ ਹੀ ਸੁੱਕ ਜਾਂਦਾ। ਪਹਿਲਾਂ ਦੀਵੇ ਭਿਉਂ ਕੇ ਰੱਖੇ ਜਾਂਦੇ ਨੇ, ਫਿਰ ਤੇਲ ਪੈਂਦਾ, ਫਿਰ ਬੱਤੀਆਂ ਵੱਟੀਆਂ ਜਾਂਦੀਆਂ, ਬੱਤੀ ਨੂੰ ਗਿੱਲਿਆਂ ਕੀਤਾ ਜਾਂਦਾ ਤੇਲ ਦੇ ਵਿੱਚ, ਫਿਰ ਉਹ ਜਾ ਕੇ ਉਹ ਬਲਦਾ ਹੈ। ਅਤੇ ਸ਼ਾਇਦ ਸਮਾਂ ਪਾ ਕੇ ਬੱਚਿਆਂ ਨੂੰ ਦੀਵੇ ਬਾਲਣੇ ਵੀ ਭੁੱਲ ਜਾਣਗੇ। ਉਹ ਸ਼ੀਸ਼ੀਆਂ ਦੇ ਵਿੱਚ ਮਿੱਟੀ ਦਾ ਤੇਲ ਪਾ ਕੇ, ਬੱਤੀ ਪਾ ਕੇ ਉਹ ਦੀਵੇ ਜਗਾਉਣੇ, ਪੁਰਾਣੀਆਂ ਗੱਲਾਂ। ਪਰ ਖੈਰ, ਜੋ ਭਾਈ ਸਾਹਿਬ ਇੱਥੇ ਜ਼ਿਕਰ ਕਰ ਰਹੇ ਨੇ, ਦੀਵਾ ਬਲਦਾ ਹੋਵੇ ਤੇ ਛੋਟਾ, ਜਦੋਂ ਬੁਝਾਉਣਾ ਹੋਵੇ ਤੇ ਦਾਨੇ ਸਿਆਣੇ ਸ਼ਬਦ ਕਹਿੰਦੇ ਦੀਵਾ ਵੱਡਾ ਕਰ ਦਿਓ, ਬੱਤੀ ਵੱਡੀ ਕਰ ਦਿਓ, ਭਾਵ ਕਿ ਦੀਵੇ ਨੂੰ ਬੁਝਾ ਦਿਓ। ਸੋ ਭਾਈ ਸਾਹਿਬ ਜੀ ਕਹਿੰਦੇ ਬੁੱਝਿਆ ਹੋਇਆ ਦੀਵਾ ਜਿਹੜਾ ਉਹ ਵੱਡਾ ਕਹਾਉਂਦਾ ਹੈ। ਅਤੇ ਜਲ ਨਿਰਮਲ, ਫਿਰ ਜਲ ਕੁੱਲ ਕਵਲ ਵੱਡੇ ਪਰਵਾਰਾ। ਜਲ ਦੀ ਕੁੱਲ, ਪਾਣੀ ਦੀ ਕੁੱਲ ਵੀ ਵੱਡੀ ਹੈ, ਅਤੇ ਸਾਰਿਆਂ ਫੁੱਲਾਂ ਦੇ ਵਿੱਚੋਂ ਜਿਹੜਾ ਕਮਲ ਫੁੱਲ ਹੈ ਉਹਦੀ ਵੀ ਕੁੱਲ ਵੱਡੀ ਹੈ, ਵੱਡਾ ਪਰਿਵਾਰ ਹੈ। ਹਜ਼ਾਰਾਂ ਫੁੱਲ ਨੇ ਧਰਤੀ 'ਤੇ, ਕਮਲ ਦਾ ਫੁੱਲ ਸਾਰੇ ਫੁੱਲਾਂ ਤੋਂ ਸ੍ਰੇਸ਼ਟ ਅਤੇ ਵੱਡੀ ਕੁੱਲ ਦਾ ਮੰਨਿਆ ਜਾਂਦਾ ਹੈ। ਭਾਵ ਇੱਧਰ ਪਾਣੀ ਅਤੇ ਕਮਲ ਦੀ ਕੁੱਲ ਵੱਡੀ, ਉੱਧਰ ਦੀਵਿਆਂ ਦੇ ਵਿੱਚੋਂ ਬੁੱਝੇ ਹੋਏ ਦੀਵੇ ਦੀ ਕੁੱਲ ਜਿਹੜੀ ਉਹ ਵੱਡੀ ਹੁੰਦੀ ਹੈ। ਦੀਪਕ ਹੇਤ ਪਤੰਗ ਦਾ ਕਵਲ ਪਵਰ ਪ੍ਰਗਟ ਪਹਾਰਾ। ਦੀਵੇ ਦੇ ਨਾਲ ਪਤੰਗੇ ਦਾ ਪਿਆਰ ਹੈ ਅਤੇ ਕਮਲ ਫੁੱਲ ਦੇ ਨਾਲ ਜਿਹੜਾ ਭੌਰਾ ਹੈ ਉਹਦਾ ਪਿਆਰ ਹੈ। ਇਹ ਗੱਲ ਸੰਸਾਰ ਦੇ ਵਿੱਚ ਪ੍ਰਗਟ ਪਹਾਰਾ, ਸੰਸਾਰ ਦੇ ਵਿੱਚ ਇਹ ਗੱਲ ਬਿਲਕੁਲ ਪ੍ਰਗਟ ਹੈ। ਪਹਾਰਾ ਭਾਵ ਸੰਸਾਰ ਹੈ, ਸੰਸਾਰ ਦੇ ਵਿੱਚ ਗੱਲ ਲੁਕੀ ਛੁਪੀ ਨਹੀਂ। ਪਤੰਗਾ ਦੀਵੇ ਨਾਲ ਪਿਆਰ ਕਰਦਾ ਅਤੇ ਭੌਰਾ ਜਿਹੜਾ ਉਹ ਕਮਲ ਫੁੱਲ ਨਾਲ ਪਿਆਰ ਕਰਦਾ। ਪਰ ਜਦੋਂ ਅਸੀਂ ਇੱਕ ਪੱਖ ਦੇਖਦੇ ਹਾਂ, ਪਤੰਗਾ ਜਿਹੜਾ ਹੈ ਉਹ ਦੀਵੇ 'ਤੇ ਸੜ ਜਾਂਦਾ ਅਤੇ ਭੌਰਾ ਜਿਹੜਾ ਹੈ ਉਹ ਕਮਲ ਫੁੱਲ ਦੇ ਉੱਤੇ ਗੁੰਜ਼ਾਰ ਪਾਉਂਦਾ ਹੈ ਅਤੇ ਕਮਲ ਫੁੱਲ ਦੇ ਅੰਦਰ ਸਮਾ ਜਾਂਦਾ ਹੈ। ਪਰ ਜ਼ਿਕਰ ਕਰਦਿਆਂ ਹੋਇਆਂ ਭਾਈ ਸਾਹਿਬ ਜੀ ਇੱਕ ਦ੍ਰਿਸ਼ਟਾਂਤ ਦੇ ਕੇ ਕਹਿੰਦੇ, ਅੱਗੀ ਲਾਟ ਉਚਾਟ ਹੈ, ਸਿਰ ਉੱਚਾ ਕਰ ਕਰੇ ਕੁਚਾਰਾ। ਪਰ ਹੁਣ ਅੱਗ ਉੱਚੀ ਹੈ, ਪਾਣੀ ਬਿਲਕੁਲ ਨੀਵਾਂ ਵਹਿੰਦਾ, ਅੱਗ ਉੱਚੀ ਹੈ। ਭਾਵੇਂ ਮਾਚਿਸ ਦੀ ਤੀਲੀ ਵੀ ਜਗਾਓ, ਉਹ ਵੀ ਅੱਗ ਥੱਲੇ ਜ਼ਮੀਨ ਵੱਲ ਨਹੀਂ ਜਾਂਦੀ, ਆਕਾਸ਼ ਵੱਲ ਨੂੰ ਜਾਂਦੀ। ਕਾਰਨ, ਕਿਉਂਕਿ ਸੂਰਜ ਤੋਂ ਪੈਦਾ ਹੋਈ ਹੈ, ਆਕਾਸ਼ ਦੇ ਵਿੱਚ ਸੂਰਜ ਹੈ, ਉਹ ਆਪਣੇ ਧੁਰੇ ਵੱਲ ਨੂੰ ਉੱਠਦੀ ਹੈ। ਭਾਵੇਂ ਛੋਟੀ ਜਿਹੀ ਤੀਲੀ ਜਗੇ, ਭਾਵੇਂ ਭਾਂਬੜ ਮੱਚਣ, ਅੱਗ ਨੇ ਹਮੇਸ਼ਾ ਉਤਾਂਹ ਨੂੰ ਉੱਠਣਾ ਹੈ। ਅੱਗ ਉੱਚੀ ਹੈ, ਪਰ ਉੱਚੀ ਹੋ ਕਰਕੇ ਉਚਾਟ ਭਾਵ ਕਿ ਬਹੁਤ ਜ਼ਿਆਦਾ ਘਬਰਾਹਟ ਪੈਦਾ ਕਰਦੀ ਹੈ ਜਦੋਂ ਅੱਗ ਦੀਆਂ ਲਾਟਾਂ ਨਿਕਲਣ। ਬੇਸ਼ੱਕ ਉਹ ਸਾਡੇ ਤੋਂ ਅੱਧਾ ਕਿਲੋਮੀਟਰ ਦੂਰ ਵੀ ਕਿਉਂ ਨਾ ਲੱਗੀ ਹੋਵੇ, ਪਰ ਦੂਰੋਂ ਨਿਕਲਦੀਆਂ ਅੱਗ ਦੀਆਂ ਲਾਟਾਂ ਵੇਖਣ ਵਾਲੇ ਦੇ ਅੰਦਰ ਘਬਰਾਹਟ ਪੈਦਾ ਕਰਦੀਆਂ ਨੇ। ਉਸ ਤੋਂ ਬਾਅਦ ਫਿਰ ਜਦੋਂ ਇਹ ਉੱਚੀ ਚੜ੍ਹਦੀ ਹੈ ਤਾਂ ਸਿਰ ਉੱਚਾ ਕਰ ਕਰੈ ਕੁਚਾਰਾ। ਮਾੜੇ ਕੰਮ ਕਰਦੀ ਹੈ, ਘਰ ਨੂੰ ਸਾੜਦੀ ਹੈ, ਮਨੁੱਖ ਨੂੰ ਲੱਗ ਜਾਏ ਮਨੁੱਖ ਨੂੰ ਸਾੜ ਦਿੰਦੀ। ਲਾਟਾਂ ਤਾਂ ਉਦੋਂ ਹੀ ਨਿਕਲਦੀਆਂ ਜਦੋਂ ਕਿਸੇ ਚੀਜ਼ ਨੂੰ ਅੱਗ ਲੱਗਦੀ,
ਚੁੱਲ੍ਹੇ ਦੇ ਵਿੱਚ ਤੇ ਕਦੀ ਲਾਟਾਂ ਨਿਕਲਦੀਆਂ ਨਹੀਂ, ਤੇ ਜੇ ਚੁੱਲ੍ਹੇ 'ਚੋਂ ਵੀ ਨਿਕਲਣ ਤੇ ਲੱਕੜਾਂ ਨੂੰ ਅੱਗ ਲੱਗੀ ਤਾਂ ਲਾਟਾਂ ਨਿਕਲਦੀਆਂ ਪਈਆਂ। ਜੰਗਲ ਨੂੰ ਅੱਗ ਲੱਗੇ, ਰੱਬ ਨਾ ਕਰੇ ਫਸਲ ਨੂੰ ਅੱਗ ਲੱਗ ਜਾਏ, ਉੱਚੀਆਂ ਲਾਟਾਂ ਨਿਕਲਦੀਆਂ ਨੇ, ਘਰ ਨੂੰ ਅੱਗ ਲੱਗ ਜਾਏ। ਸੋ ਜੋ ਵੀ ਸੰਸਾਰ ਤੇ ਅੱਗ ਲੱਗਦੀ, ਲਾਟਾਂ ਉਦੋਂ ਹੀ ਨਿਕਲਦੀਆਂ ਨੇ। ਤਾਂ ਭਾਈ ਸਾਹਿਬ ਕਹਿੰਦੇ ਉੱਚੀ ਹੈ, ਲਾਟਾਂ ਸਾਰੇ ਸ਼ਹਿਰ ਤੋਂ ਉੱਚੀਆਂ ਨੇ, ਪਰ ਉੱਚੀ ਹੋ ਕੇ ਕੋਈ ਚੰਗਾ ਕੰਮ ਤੇ ਨਹੀਂ ਕਰ ਰਹੀ। ਕਿਸੇ ਦਾ ਘਰ, ਕਿਸੇ ਦਾ ਤਨ, ਕਿਸੇ ਦਾ ਧਨ, ਕਿਸੇ ਦੇ ਪਦਾਰਥ, ਕਿਸੇ ਦੇ ਪਰਿਵਾਰ, ਕਿਸੇ ਦੀ ਫਸਲ ਨੂੰ ਜਲਾ ਰਹੀ ਹੈ, ਸਾੜ ਦਿੰਦੀ ਹੈ। ਸੋ ਇਸ ਤਰ੍ਹਾਂ ਸਿਰ ਨੀਵਾਂ ਨਿਵਾਣ ਵਾਸ, ਪਾਣੀ ਅੰਦਰ ਪਰ ਉਪਕਾਰਾ। ਤੇ ਪਾਣੀ ਦਾ ਸਿਰ ਨੀਵਾਂ ਹੈ, ਨੀਵਾਂ ਹੋ ਕੇ ਰਹਿੰਦਾ ਪਾਣੀ। ਨਿਵਾਣ ਵਾਸ, ਤੇ ਪਾਣੀ ਦਾ ਵਾਸਾ ਵੀ ਨੀਵੇਂ ਥਾਂ ਤੇ ਹੈ। ਨਦੀਆਂ ਨੀਵੀਆਂ, ਸਮੁੰਦਰ ਨੀਵੇਂ। ਸੋ ਹਰ ਇੱਕ ਚੀਜ਼, ਹੁਣ ਇਹ ਅਰਥ ਨਹੀਂ ਕਿ ਕਿਸੇ ਨੇ ਛੱਤ ਦੇ ਉੱਤੇ ਪਾਣੀ ਖਿਲਾਰ ਦਿੱਤਾ ਤੇ ਕਿ ਇਹ ਪਾਣੀ ਦਾ ਨਿਵਾਸ ਉੱਚਾ ਹੋ ਗਿਆ, ਨਹੀਂ। ਪਾਣੀ ਦਾ ਅਸਲ ਜੋ ਕੁਦਰਤੀ ਤੌਰ ਤੇ ਪਾਣੀ ਦਾ ਵਾਸਾ ਹੈ ਉਹ ਨੀਵਾਂ ਹੈ, ਧਰਤੀ ਦੇ ਵਿੱਚ ਹੈ ਪਾਣੀ, ਆਸਮਾਨ ਦੇ ਵਿੱਚ ਨਹੀਂ ਵਸਦਾ। ਹਾਂ, ਬੱਦਲ ਆਸਮਾਨ 'ਚ ਲੈ ਜਾਂਦੇ, ਪਰ ਫਿਰ ਵਰਸਦਾ ਉਹ ਜ਼ਮੀਨ ਵੱਲ ਨੂੰ ਹੀ ਹੈ, ਆਪਣੇ ਧੁਰੇ ਵੱਲ ਨੂੰ ਤੁਰਦਾ ਹੈ। ਸੋ ਪਾਣੀ ਦੇ ਵਿੱਚ ਇੱਕ ਪਰ ਉਪਕਾਰ ਹੈ, ਇੰਨਾ ਪਰਉਪਕਾਰੀ ਸੁਭਾਅ ਹੋ ਕੇ ਸਾਰੀ ਕੁਦਰਤ ਨੂੰ ਸਿੰਜਦਾ ਪਾਣੀ ਹੈ। ਫਿਰ ਪਹਿਲਾਂ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਪਾਣੀ ਜਿੰਦ ਜਾਨ ਹੈ ਹਰ ਇੱਕ ਮਨੁੱਖ ਦੀ, ਜ਼ਿੰਦਗੀ ਜੀਵਨ ਹੈ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਹਰਿਆਵਲ ਦਿੱਤੀ। ਪਾਣੀ ਤੋਂ ਮਨੁੱਖ ਦੀ ਪੈਦਾਇਸ਼, ਪਾਣੀ ਤੋਂ ਸ੍ਰਿਸ਼ਟੀ ਦੀ ਕੁਦਰਤ ਦੀ ਪੈਦਾਇਸ਼ ਹੈ। ਸੋ ਪਾਣੀ ਹੀ ਸਾਡਾ ਜੀਵਨ ਹੈ। ਇੰਨਾ ਵੱਡਾ ਪਰਉਪਕਾਰੀ ਹੋ ਕੇ ਵੀ ਨਿਵਾਣ ਦੇ ਵਿੱਚ ਰਹਿੰਦਾ, ਸ਼ੀਤਲਤਾ ਵਿੱਚ ਰਹਿੰਦਾ ਹੈ, ਨਿਮਰਤਾ ਵਿੱਚ ਰਹਿੰਦਾ ਹੈ, ਜਾਂ ਇੰਜ ਕਹਿ ਲਈਏ ਇਹ ਸਾਰੇ ਗੁਣ ਉਹਦੇ ਵਿੱਚ ਤਾਂ ਨੇ ਕਿਉਂਕਿ ਪਾਣੀ ਨਿਮਰਤਾ ਦੇ ਵਿੱਚ ਰਹਿੰਦਾ ਹੈ। ਨਿਵ ਚੱਲੈ ਸੋ ਗੁਰੂ ਪਿਆਰਾ, ਇਸੇ ਤਰ੍ਹਾਂ ਜਿਹੜਾ ਨਿਵ ਚੱਲਦਾ ਹੈ ਨਾ, ਨਿਮਰਤਾ ਵਿੱਚ ਰਹਿੰਦਾ ਹੈ, ਉਹ ਗੁਰੂ ਨੂੰ ਪਿਆਰਾ ਲੱਗਦਾ ਹੈ, ਉਹ ਗੁਰੂ ਕਾ ਪਿਆਰਾ ਸਿੱਖ ਹੈ। ਸੋ ਇੱਥੇ ਭਾਈ ਸਾਹਿਬ ਜੀ ਨੇ ਅੱਗ ਅਤੇ ਪਾਣੀ ਤੋਂ ਜਿਹੜਾ ਉਪਦੇਸ਼ ਕੱਢਿਆ ਹੈ, ਜਾਂ ਜੋ ਸਾਨੂੰ ਸਿਧਾਂਤ ਦਿੱਤਾ ਹੈ, ਉਹ ਭਾਵ ਅਰਥ ਇਹੀ ਹੈ ਕਿ ਇਹਦੇ 'ਚੋਂ ਆਪਾਂ ਇਹ ਸਮਝਣਾ ਹੈ ਕਿ ਜਿਵੇਂ ਅੱਗ ਹੈ, ਅੱਗ ਜਲਾਉਂਦੀ ਹੈ, ਉੱਚੀ ਹੈ, ਤੇ ਪਾਣੀ ਜਿਹੜਾ ਹੈ ਉਹ ਨਿਮਰਤਾ ਧਾਰਨ ਕਰਦਾ, ਇਸੇ ਕਰਕੇ ਉਹ ਸਾਰੇ ਗੁਣਾਂ ਦਾ ਖਜ਼ਾਨਾ ਹੈ, ਪਰਉਪਕਾਰੀ ਹੈ ਤੇ ਜੀਵਨ ਦਾਨ ਦੇਣ ਵਾਲਾ ਹੈ। ਵੈਸੇ ਇਹਦੇ ਵਿੱਚੋਂ ਹੋਰ ਵੀ ਦ੍ਰਿਸ਼ਟਾਂਤ ਨੇ, ਕਿਉਂਕਿ ਜਦੋਂ ਕੋਈ ਵੀ ਦ੍ਰਿਸ਼ਟਾਂਤ ਦਿੰਦੇ ਹਾਂ ਉਹਦੇ ਦੋ ਪੱਖ ਹੋ ਜਾਂਦੇ ਨੇ, ਪਰ ਹਰ ਇੱਕ ਚੀਜ਼ ਜਿਹੜੀ ਹੈ ਇੱਥੇ, ਇਹ ਜਿਹੜਾ ਹੁਣ ਜਲ ਦਾ ਉਪਦੇਸ਼ ਹੈ, ਹੁਣ ਜਲ ਦੇ ਵਿੱਚ ਔਗਣ ਵੀ ਬਹੁਤ ਨੇ, ਕਿਉਂਕਿ ਭਗਤ ਕਬੀਰ ਜੀ ਕਹਿੰਦੇ ਨੇ ਨਾ ਕਿ ਪਾਣੀ ਦੇ ਵਿੱਚ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਉਹ ਗਰਮ ਤੇ ਠੰਡਾ ਹੋ ਜਾਂਦਾ। ਪਰ ਇੱਥੇ ਸਿਰਫ ਇੱਕ ਦ੍ਰਿਸ਼ਟਾਂਤ ਲੈ ਕੇ ਚੱਲਣਾ ਹੈ, ਉਹ ਇਹ ਕਿ ਉਹਦੇ ਵਿੱਚ ਨਿਮਰਤਾ ਹੈ। ਤੇ ਹੁਣ ਜਿਹੜੀ ਕੰਧ ਨੂੰ ਧੂਏ ਨੇ ਕਾਲਾ ਕੀਤਾ, ਪਾਣੀ ਨੇ ਉਹਨੂੰ ਧੋ ਸੁੱਟਿਆ। ਸੋ ਇਸ ਤਰ੍ਹਾਂ ਨਿਮਰਤਾ ਧਾਰਨ ਕੀਤੀ ਹੋਣ ਕਰਕੇ ਪਾਣੀ ਜਿਹੜਾ, ਫਿਰ ਦੇਖੋ ਸੰਸਾਰ ਤੇ ਦੁੱਧ ਦੇ ਸਮੁੰਦਰ ਤਾਂ ਨਹੀਂ ਹਨ, ਪਦਾਰਥਾਂ ਦੇ ਸਮੁੰਦਰ ਤੇ ਨਹੀਂ ਹਨ, ਪਾਣੀ ਦੇ ਸਮੁੰਦਰ ਹਨ। 3 ਹਿੱਸੇ ਪਾਣੀ ਹੈ, 1 ਹਿੱਸਾ ਧਰਤੀ ਹੈ। ਸੋ ਇਸ ਤਰ੍ਹਾਂ ਬਹੁਤਾਂਤ ਨਿਮਰਤਾ ਹੋਣ ਕਰਕੇ ਉਹਦੇ ਕੋਲ ਸਾਰਿਆਂ ਤੋਂ ਵੱਡਾ ਖਜ਼ਾਨਾ ਹੈ ਸ੍ਰਿਸ਼ਟੀ ਦਾ, ਪਾਣੀ ਦੇ ਕੋਲ ਹੈ। ਸਭ ਤੋਂ ਜ਼ਿਆਦਾ ਪਾਣੀ ਹੈ ਇਸ ਬ੍ਰਹਿਮੰਡ ਦੇ ਅੰਦਰ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਇੱਥੋਂ ਸਿਰਫ ਸਾਨੂੰ ਇਹ ਉਪਦੇਸ਼ ਦਿੰਦੇ ਹਨ। ਸੋ ਅੱਗੇ ਫਿਰ ਨਿਮਰਤਾ ਦਾ ਉਪਦੇਸ਼ ਦੇ ਕੇ ਇੱਕ ਜ਼ਿਕਰ ਕਰਦੇ ਨੇ, ਰੰਗ ਮਜੀਠ ਕਸੁੰਭ ਦਾ, ਕੱਚਾ ਪੱਕਾ ਕਿਤ ਵਿਚਾਰੇ। ਮਜੀਠ ਤੇ ਕਸੁੰਭੇ ਦਾ ਰੰਗ ਜਿਹੜਾ ਹੈ, ਇਹ ਕੱਚਾ ਤੇ ਪੱਕਾ ਜਿਹੜਾ ਕਿਵੇਂ ਵਿਚਾਰ ਕਰੀਏ, ਕਿਉਂਕਿ ਪਿੱਛੇ ਵੀ ਜ਼ਿਕਰ ਕੀਤਾ ਅੱਗ ਤੇ ਪਾਣੀ ਦਾ ਵਿਚਾਰ ਕਿਵੇਂ ਹੋਵੇ, ਗੁਰੂ ਕੇ ਸ਼ਬਦ ਨਾਲ ਵਿਚਾਰ ਹੋਵੇ। ਤਾਂ ਸ਼ਬਦ ਗੁਰੂ ਕੇ ਨਾਲ ਵਿਚਾਰ ਹੋ ਗਿਆ ਵੀ ਪਾਣੀ ਵਿੱਚ ਨਿਮਰਤਾ ਹੈ, ਅੱਗ ਸਾੜਦੀ ਹੈ, ਉੱਚੀ ਹੈ ਬੇਸ਼ੱਕ ਪਰ ਔਗਣਾਂ ਨਾਲ ਭਰੀ। ਸੋ ਇੱਥੇ ਵੀ ਭਾਈ ਸਾਹਿਬ ਕਹਿੰਦੇ ਇਹਦਾ ਵਿਚਾਰ ਜਿਹੜਾ ਹੈ ਕੱਚੇ ਪੱਕੇ ਦਾ ਕਿਵੇਂ ਹੋਵੇ। ਧਰਤੀ ਉਖਣ ਕੱਢੀ ਹੈ, ਮੂਲ ਮਜੀਠ ਜੜੀ ਜੜ ਤਾਰੇ। ਕਹਿੰਦੇ ਜੜੀ ਜੜ ਤਾਰੇ, ਜੜ ਤਾਰੇ ਭਾਵ ਜੜਤੀ ਹੈ, ਜੜੀ ਉਹਦੀ ਜੜ ਜਿਹੜੀ ਹੈ, ਮਜੀਠ ਦੀ ਜੜ ਜਿਹੜੀ ਉਹ ਧਰਤੀ ਦੇ ਵਿੱਚ ਹੈ, ਕਿਉਂਕਿ ਮਜੀਠ ਇੱਕ ਵੇਲ ਦੀ ਤਰ੍ਹਾਂ ਹੈ ਤੇ ਜ਼ਮੀਨ ਦੇ ਵਿੱਚੋਂ ਉੱਗਦੀ ਹੈ। ਉਸ ਵੇਲ ਨੂੰ ਫਿਰ ਕਈ ਪ੍ਰਕਾਰ, ਕਈ ਪ੍ਰਕਿਰਿਆ ਦੇ ਵਿੱਚੋਂ ਉਹਨੂੰ ਕਈ ਪ੍ਰਕਾਰ ਕਰਕੇ ਗੁਜ਼ਰਨਾ ਪੈਂਦਾ ਹੈ, ਪਰ ਉਹਦਾ ਰੰਗ ਜਿਹੜਾ ਪੱਕਾ ਹੈ। ਕਾਰਨ ਧਰਤੀ ਉਖਣ ਕੱਢੀ ਹੈ, ਉਹਨੂੰ ਧਰਤੀ ਦੇ ਵਿੱਚੋਂ ਪੁੱਟ ਕੇ ਕੱਢੀਦਾ ਹੈ, ਫਿਰ ਉਹਨੂੰ ਵੱਢਦੇ ਵੀ ਨਹੀਂ, ਕਿਉਂਕਿ ਵੇਲਾਂ ਜਿਹੜੀਆਂ ਉਹਨਾਂ ਨੂੰ ਪੁੱਟਿਆ ਜਾਂਦਾ ਹੈ। ਜਿਵੇਂ ਕਣਕ ਤਾਂ ਵੱਢ ਲੈਂਦੇ ਹਾਂ ਆਪਾਂ, ਝੋਨਾ ਵੀ ਵੱਢਿਆ ਜਾਂਦਾ ਹੈ, ਹੋਰ ਵੀ ਬੜੀਆਂ ਫਸਲਾਂ ਨੇ ਜਿਹੜੀਆਂ ਕੱਟੀਆਂ ਜਾਂਦੀਆਂ ਨੇ, ਜੜੋਂ ਨਹੀਂ ਪੁੱਟੀਆਂ ਜਾਂਦੀਆਂ। ਇੱਥੋਂ ਤੱਕ ਬੰਦਾ ਧਨੀਆ ਵੀ ਵੱਢਦਾ ਹੈ ਬੀਜਿਆ ਹੋਵੇ ਤੇ, ਪਰ
ਜਿਹੜੀ ਮਜੀਠ ਦੀ ਵੇਲ ਹੈ ਉਹਨੂੰ ਸਿੱਧਾ ਜੜੋਂ ਪੁੱਟਿਆ ਜਾਂਦਾ ਹੈ ਜਦੋਂ ਉਸ ਫਸਲ ਨੂੰ ਪ੍ਰਾਪਤ ਕਰਿਆ ਜਾਂਦਾ ਹੈ। ਤਾਂ ਭਾਈ ਸਾਹਿਬ ਜੀ ਕਹਿੰਦੇ ਉਹਨੂੰ ਜੜ ਤੋਂ ਫੜ ਕੇ ਪੁੱਟੀਦਾ। ਮਜੀਠ ਦਾ ਮੁੱਢ ਜਿਹੜਾ ਹੈ ਉਹ ਜੜਤੀ ਧਰਤੀ ਦੇ ਨਾਲ ਜੜਿਆ ਹੁੰਦਾ, ਧਰਤੀ ਦੇ ਵਿੱਚ ਖੁੱਭਿਆ ਹੁੰਦਾ ਹੈ। ਉਖਲ ਮੁਹਲੇ ਕੁੱਟੀ ਹੈ, ਪੀਹਣ ਪੀਸੈ ਚੱਕੀ ਭਾਰੇ। ਫਿਰ ਚੱਟੂ ਦੇ ਵਿੱਚ ਪਾ ਕਰਕੇ ਉਹਨੂੰ ਮੁਹਲੇ ਦੇ ਨਾਲ ਕੁੱਟੀਦਾ ਹੈ। ਵੱਡੇ ਵੱਡੇ ਚੱਠੂਆਂ 'ਚ ਪਾ ਕੇ ਮੁਹਲੇ ਦੇ ਨਾਲ ਕੁੱਟੀ ਦਾ, ਜਿਵੇਂ ਕਹਿ ਲਓ ਦੌਰੀ ਡੰਡਾ ਕੂੰਡਾ ਘੋਟਣਾ ਹੋਵੇ ਵੱਡਾ, ਇਸ ਪ੍ਰਕਾਰ ਸਮਝਣ ਵਾਸਤੇ। ਸੋ ਉਹਦੇ ਵਿੱਚ ਪਾ ਕੇ ਫਿਰ ਉਹਦੀ ਜੜ ਨੂੰ ਚੰਗੀ ਤਰ੍ਹਾਂ ਕੁੱਟਿਆ ਜਾਂਦਾ। ਉੱਪਰਲੀ ਵੇਲ ਨੂੰ ਵੀ ਇੰਨਾ ਨਹੀਂ ਕੁੱਟਿਆ ਜਾਂਦਾ, ਜੜ ਦੇ ਵਿੱਚ ਉਹਦਾ ਸਾਰਾ ਰੰਗ ਹੈ। ਉਸ ਜੜ ਨੂੰ ਚੰਗੀ ਤਰ੍ਹਾਂ ਫਿਰ ਪਾ ਕੇ ਕੁੱਟਿਆ ਜਾਂਦਾ। ਕੁੱਟਣ ਤੋਂ ਬਾਅਦ ਫਿਰ ਪੀਹਣ ਪੀਸੈ ਚੱਕੀ ਭਾਰੇ, ਫਿਰ ਉਹਨੂੰ ਸੁਕਾ ਕੇ ਚੱਕੀ ਦੇ ਵਿੱਚ ਪਾਇਆ ਜਾਂਦਾ। ਜਿਵੇਂ ਦਾਣੇ ਪੀਸੀ ਦੇ ਨੇ, ਇੰਜ ਚੱਕੀ ਦੇ ਪੱਥਰ ਦਾ ਵੱਡਾ ਭਾਰ ਜਿਹੜਾ ਹੈ, ਉਸ ਭਾਰ ਦੇ ਥੱਲੇ ਜਦੋਂ ਆਉਂਦੀ ਹੈ ਉਹ ਮਜੀਠ ਦੀ ਜੜ, ਉਹ ਵੇਲ, ਫਿਰ ਉਹ ਆਪਣੇ ਆਪ ਨੂੰ ਪਿਸਾਉਂਦੀ ਹੈ। ਮਣਾ ਮੁਹੀ ਭਾਰ ਜਿਹੜਾ ਆਪਣੇ ਆਪ ਉੱਤੇ ਚੁੱਕਦੀ ਹੈ, ਫਿਰ ਉਹਦਾ ਮਹੀਨ ਪਾਊਡਰ ਬਣਦਾ ਹੈ। ਸਹਿ ਅਵਟਣ ਅੱਗ ਦਾ ਹੋਏ ਪਿਆਰੀ ਮਿਲੈ ਪਿਆਰੇ। ਫਿਰ ਜਦੋਂ ਉਹਨੂੰ ਪਾਣੀ ਦੇ ਵਿੱਚ ਪਾਈਦਾ, ਸਹਿ ਅਵਟਣ ਅੱਗ ਦਾ, ਅੱਗ ਦੇ ਨਾਲ ਉਹ ਪਾਣੀ ਦੇ ਵਿੱਚ ਜਿਹੜੇ ਉਬਾਲੇ ਆਉਂਦੇ ਨੇ, ਉਹ ਅੱਗ ਦੇ ਪਾਣੀ ਦੇ ਉਬਾਲੇ ਸਹਾਰਦੀ ਹੈ, ਕਿਉਂਕਿ ਸਿੱਧੀ ਜੜ ਨਹੀਂ ਪਾਣੀ ਵਿੱਚ ਪੈਂਦੀ। ਪਹਿਲਾਂ ਉਹਨੂੰ ਕੁੱਟਿਆ ਜਾਂਦਾ, ਸੁਕਾਇਆ ਜਾਂਦਾ, ਫਿਰ ਪੀਸਿਆ ਜਾਂਦਾ, ਪਾਊਡਰ ਬਣ ਜਾਂਦਾ, ਫਿਰ ਚੁੰਡੀ ਕੋ ਜਿਹੜੀ ਹੈ ਲਲਾਰੀ ਉਹ ਪਾਉਂਦਾ। ਇਹ ਨਹੀਂ ਵੀ ਫਿਰ ਉਹ ਮਣਾ ਮੂਈ ਜਾਂ ਕਿਲੋਆਂ ਦੇ ਹਿਸਾਬ ਨਾਲ ਪਾਣੀ 'ਚ ਸੁੱਟਦਾ। ਜਦੋਂ ਨੇ ਕੱਪੜਾ ਰੰਗਣਾ ਬਿਲਕੁਲ ਚੁੰਡੀ ਕੋ ਰੱਤੀ ਮਾਤਰ ਇਸ ਤਰ੍ਹਾਂ ਪਾਉਂਦਾ ਹੈ, ਅਤੇ ਉਹ ਪਾਣੀ ਦੇ ਵਿੱਚ ਫਿਰ ਕਿੰਨੀ ਦੇਰ ਉਹਨੂੰ ਉਬਾਲੇ ਦਿੱਤੇ ਜਾਂਦੇ ਨੇ। ਸਹਿ ਅਵਟਣ ਅੱਗ ਦਾ, ਇਸ ਤਰ੍ਹਾਂ ਉਸ ਪਾਣੀ ਦੇ ਉਬਾਲਿਆਂ ਨੂੰ ਸਹਾਰਦੀ। ਫਿਰ ਹੋਏ ਪਿਆਰੀ ਮਿਲੈ ਪਿਆਰੇ, ਇਸ ਤਰ੍ਹਾਂ ਪਿਆਰੀ ਹੋ ਕੇ ਆਪਣੇ ਪਿਆਰੇ ਦੇ ਨਾਲ ਮਿਲ ਜਾਂਦੀ ਹੈ। ਭਾਵ ਪਾਣੀ ਦੇ ਅੰਦਰ ਅਭੇਦ ਹੋ ਜਾਂਦੀ ਹੈ, ਇੰਜ ਕਹਿ ਲਓ। ਫਿਰ ਕੱਪੜੇ ਦੇ ਰੰਗ ਦੇ ਵਿੱਚ ਮਿਲ ਜਾਂਦੀ ਹੈ। ਇਸੇ ਤਰ੍ਹਾਂ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਅਤੇ ਅੱਗੇ ਦੂਸਰਾ ਵੀ ਇੱਕ ਰੰਗ ਹੈ ਜਿਹਨੂੰ ਕਸੁੰਬੇ ਦਾ ਰੰਗ ਕਹਿੰਦੇ ਨੇ। ਬਾਣੀ ਦੇ ਅੰਦਰ ਮਜੀਠ ਦਾ ਰੰਗ ਅਤੇ ਕਸੁੰਬੇ ਦਾ ਰੰਗ, ਦੋਨਾਂ ਦੇ ਦ੍ਰਿਸ਼ਟਾਂਤ ਬੇਅੰਤ ਵਾਰ ਆਏ। ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ। ਸੋ ਕਸੁੰਬੇ ਦੇ ਰੰਗ ਨੂੰ ਕੱਚਾ ਰੰਗ ਗਿਣਿਆ ਹੈ। ਤਾਂ ਦੋਨਾਂ ਰੰਗਾਂ ਦੀ ਇੱਥੇ ਉਦਾਹਰਣ ਦਿੰਦੇ ਭਾਈ ਸਾਹਿਬ ਕਹਿੰਦੇ, ਪੋਹਲੀਅਹੋਂ ਸਿਰ ਕੱਢ ਕੇ ਫੁੱਲ ਕਸੁੰਬ ਚਲੁੰਬ ਖਿਲਾਰੇ। ਹੁਣ ਜਿਹੜਾ ਕਸੁੰਬੇ ਦਾ ਫੁੱਲ ਹੈ, ਉਹਦੀ ਹੁਣ ਜੜ ਇਸ ਤਰ੍ਹਾਂ ਨਹੀਂ ਜਿਵੇਂ ਮਜੀਠ ਦੀ ਜੜ ਪੁੱਟ ਕੇ ਉਹਨੂੰ ਕੁੱਟਿਆ ਜਾਂਦਾ। ਹੁਣ ਉਹ ਫੁੱਲ ਹੈ, ਅਤੇ ਸਾਰੇ ਫੁੱਲ ਦੇ ਵਿੱਚ ਵੀ ਰੰਗ ਨਹੀਂ। ਫੁੱਲ ਦੇ ਉੱਤੋਂ ਛੋਟੀਆਂ ਛੋਟੀਆਂ ਡੰਡੀਆਂ ਨਿਕਲਦੀਆਂ ਨੇ ਤਾਂ ਨੂੰ, ਜਿਸ ਤਰ੍ਹਾਂ ਕੁਝ ਫੁੱਲ ਆਪ ਜੀ ਨੇ ਦੇਖੇ ਹੋਣਗੇ, ਜਿਵੇਂ ਵਾਲ ਹੁੰਦੇ ਨੇ, ਇਸ ਤਰ੍ਹਾਂ ਛੋਟੇ ਛੋਟੇ ਧਾਗੇ ਉੱਪਰ ਨੂੰ ਉਹਦੇ ਵਿੱਚੋਂ, ਉਹਦੀ ਡੋਡੀ ਜੀ ਦੇ ਵਿੱਚੋਂ ਨਿਕਲੇ ਹੁੰਦੇ ਨੇ। ਸੋ ਇਸ ਤਰ੍ਹਾਂ ਉਹ ਜਿਹੜੀਆਂ ਤਾਰਾਂ ਦੀ ਤਰ੍ਹਾਂ ਹੁੰਦੇ ਨੇ, ਬਿਲਕੁਲ ਬਰੀਕ ਬਰੀਕ ਜਿਵੇਂ ਤਾਰਾਂ ਹੋਣ, ਬੜੇ ਫੁੱਲ ਆਪ ਜੀ ਨੇ ਦੇਖੇ ਨੇ। ਸੋ ਇਸ ਤਰ੍ਹਾਂ ਉਹ ਡੋਡੀਆਂ ਦੇ ਵਿੱਚੋਂ ਸਿਰ ਕੱਢ ਕੇ ਬਾਹਰ ਨੂੰ ਨਿਕਲਦਾ ਹੈ। ਅਤੇ ਫਿਰ ਨਾਲ ਕਹਿੰਦੇ ਫੁੱਲ ਕਸੁੰਬ ਚਲੁੰਬ ਖਿਲਾਰੇ, ਉਹਦਾ ਰੰਗ ਬੜਾ ਗੂੜਾ ਹੈ। ਕਸੁੰਬੇ ਦਾ ਰੰਗ ਸ਼ਾਇਦ ਮਜੀਠ ਦੇ ਰੰਗ ਨਾਲੋਂ ਵੀ ਜ਼ਿਆਦਾ ਗੂੜਾ ਗਾੜਾ ਹੁੰਦਾ ਹੈ, ਪਰ ਉਹਦੇ ਵਿੱਚ ਇੱਕ ਔਗਣ ਖੱਟ ਤੁਰਸੀ ਦੇ ਰੰਗੀ ਹੈ, ਕੱਪੜ ਸਨੇਹੋ ਰਹਿ ਦੇਹ ਚਾਰੇ। ਫਿਰ ਖੱਟ ਤੁਰਸੀ, ਉਹਨੂੰ ਖਟਿਆਈ ਪਾ ਕੇ ਪਾਣੀ ਦੇ ਵਿੱਚ, ਜਦੋਂ ਕਸੁੰਬੇ ਦਾ ਰੰਗ ਜਿਹੜਾ ਨਾ ਉਹ ਚਾੜਿਆ ਜਾਂਦਾ, ਉਹਦੇ 'ਚ ਖਟਾਈ ਪਾਉਂਦੇ ਨੇ, ਫਟਕੜੀ ਵੀ ਪਾਉਂਦੇ ਨੇ ਲੋਕ। ਸੋ ਇਸ ਤਰ੍ਹਾਂ ਉਹਦੇ 'ਚ ਕੋਈ ਮਿੱਠਾ ਨਹੀਂ ਪੈਂਦਾ, ਕੋਈ ਚੰਗੀਆਂ ਚੀਜ਼ਾਂ ਨੂੰ, ਉਹ 'ਚ ਖਟਾਸ ਪਾਈ ਜਾਂਦੀ ਹੈ। ਖਟਾਸ ਦੇ ਨਾਲ ਉਹ ਥੋੜ੍ਹਾ ਜਿਹਾ ਪਕੜ ਫੜਦਾ ਹੈ। ਸੋ ਇਸ ਤਰ੍ਹਾਂ ਉਹਦੇ 'ਚ ਖਟਿਆਈ ਪਾ ਕੇ ਫਿਰ ਉਹਨੂੰ ਰੰਗੀਦਾ। ਪਰ ਰੰਗਣ ਤੋਂ ਬਾਅਦ ਇਹ ਜਿਹੜਾ ਰੰਗ ਹੈ, ਫੁੱਲ ਕਸੁੰਬ ਚਲੁੰਬ ਖਿਲਾਰੇ, ਕਪਟ ਸਨੇਹ ਰਹਿ ਦਿਨ ਚਾਰੇ। 4-5 ਦਿਨ ਉਹਦਾ ਰੰਗ ਜਿਹੜਾ ਕੱਪੜੇ 'ਤੇ ਰਹਿੰਦਾ, ਧੁੱਪ ਦੇ ਨਾਲ ਫਿੱਕਾ ਹੋ ਜਾਂਦਾ। ਜੇ ਉਹ ਕੱਪੜੇ ਦੇ ਉੱਤੇ ਦੁਬਾਰਾ ਪਾਣੀ ਦੀਆਂ ਬੂੰਦਾਂ ਪੈ ਜਾਣ, ਉੱਥੇ ਹੀ ਉਹ ਪਾਣੀ ਦੇ ਦਾਗ ਪੈ ਜਾਂਦੇ ਨੇ। ਜਿਸ ਜਗ੍ਹਾ ਦੇ ਉੱਤੇ ਪਾਣੀ ਦੀ ਬੂੰਦ ਪੈ ਗਈ, ਉੱਥੋਂ ਰੰਗ ਜਿਹੜਾ ਉੱਡ ਜਾਂਦਾ ਹੈ। ਧੁੱਪੇ ਪਾ ਦਿਓ ਤਾਂ ਰੰਗ ਉੱਡ ਜਾਂਦਾ। ਪਰ ਉਹਦੀ ਚਮਕ ਦਮਕ ਜਿਹੜੀ ਹੈ, ਉਹ ਕਈ ਵਾਰ ਮਜੀਠ ਦੇ ਰੰਗ ਨਾਲੋਂ ਵੀ ਜ਼ਿਆਦਾ ਹੈ। ਕਸੁੰਬੇ ਦੇ ਰੰਗ ਦੀ ਹੈ, ਉਹ ਵੀ ਲਾਲ ਹੀ ਹੈ, ਪਰ ਉਹਦੀ ਲਾਲੀ ਜ਼ਿਆਦਾ ਭਾ ਮਾਰਦੀ ਹੈ। ਪਰ ਸੱਚਾਈ ਇਹ ਹੈ, ਉਹ 4 ਦਿਨ ਰਹਿੰਦਾ, ਉਸ ਤੋਂ ਬਾਅਦ ਉਹ ਰੰਗ ਜਿਹੜਾ ਹੈ ਲੈ ਜਾਂਦਾ ਹੈ। ਨੀਵਾਂ ਜਿਣੈ ਉਚੇਰਾ ਹਾਰੇ। ਸੋ ਇਹਨਾਂ ਦੋਨਾਂ ਦੇ ਵਿੱਚੋਂ ਭਾਈ ਸਾਹਿਬ ਕਹਿੰਦੇ ਜਿਹੜਾ ਨਿਮਰਤਾ ਵਾਲਾ ਉਹ ਜਿੱਤ ਗਿਆ, ਅਤੇ ਉੱਚਾ ਰਹਿਣ ਵਾਲਾ ਉਹ ਹਾਰ ਗਿਆ। ਨਿਮਰਤਾ ਵਿੱਚ ਰਹਿਣ ਵਾਲਾ ਮਜੀਠ ਦਾ ਰੰਗ, ਕਿਉਂਕਿ ਜੜ ਸੀ, ਧਰਤੀ ਦੇ ਵਿੱਚ ਸੀ, ਸਾਰਿਆਂ ਤੋਂ ਨੀਵੀਂ ਸੀ,
ਇੰਨਾ ਪੱਕਾ ਰੰਗ ਰਿਹਾ। ਫਿਰ ਜੜ ਨੇ ਆਪਣੇ ਆਪ ਨੂੰ ਕੁਟਾਇਆ, ਮੋਹਲੀ ਦੇ ਵਿੱਚ ਪਾ ਕੇ ਸੱਟਾਂ ਸਹਾਰੀਆਂ, ਪਾਣੀ ਦੇ ਉਬਾਲੇ ਖਾਧੇ, ਚੱਕੀ ਦੇ ਪੁੜ ਦੇ ਹੇਠ ਆਪਣੇ ਆਪ ਨੂੰ ਪਿਸਾਇਆ। ਨੀਵੀਂ ਹੋਣ ਕਰਕੇ, ਇੰਨੇ ਦੁੱਖ ਸਹਿਣ ਕਰਕੇ ਮਜੀਠ ਦਾ ਰੰਗ ਜਿਹੜਾ ਉਹ ਜਿੱਤ ਗਿਆ। ਉਹ ਫਿਰ ਲਹਿੰਦਾ ਨਹੀਂ ਜਦੋਂ ਇੱਕ ਵਾਰ ਕੱਪੜੇ ਤੇ ਚੜ੍ਹ ਜਾਏ। ਤੇ ਜਿਹੜਾ ਉੱਚਾ ਸੀ ਕਸੁੰਬੇ ਦਾ ਫੁੱਲ, ਉੱਚਾ ਸੀ, ਸਾਰੇ ਫੁੱਲ ਤੋਂ ਵੀ ਉੱਚੀਆਂ ਉਹਦੀਆਂ ਤਾਰਾਂ, ਡੋਡੀ ਚੋਂ ਨਿਕਲੇ ਹੋਏ ਧਾਗੇ ਸਨ। ਪਰ ਇੰਨਾ ਉੱਚਾ, ਉੱਚੇਪਣ ਦਾ ਹੰਕਾਰ ਰੱਖਣ ਵਾਲਾ 4 ਦਿਨ ਵੀ ਉਹਦਾ ਰੰਗ ਜਿਹੜਾ ਕੱਪੜੇ ਦੇ ਉੱਤੇ ਸਥਿਰ ਨਾ ਰਹਿ ਸਕਿਆ ਤੇ ਉਹ ਹਾਰ ਗਿਆ। ਸੋ ਇਸ ਤਰ੍ਹਾਂ ਭਾਈ ਸਾਹਿਬ ਇੱਥੇ ਨਿਮਰਤਾ ਦਾ ਉਪਦੇਸ਼ ਦੇ ਕੇ ਮਜੀਠ ਤੇ ਕੁੰਭੇ ਤੋਂ ਸਾਨੂੰ ਕਸੁੰਬੇ ਦੇ ਰੰਗ ਤੋਂ ਹੀ ਸਮਝਾਉਂਦੇ। ਮਜੀਠ ਦੀ ਜੜ ਧਰਤੀ ਚੋਂ ਨਿਕਲੀ ਤੇ ਕਸੁੰਬਾ, ਮਜੀਠ ਜਿਹੜਾ ਉਹ ਨਿਮਰਤਾ ਦਾ ਰੂਪਕ ਹੈ, ਤੇ ਕਸੁੰਬਾ ਜਿਹੜਾ ਉਹਦੀਆਂ ਤਰੀਆਂ ਉੱਚੀਆਂ ਨੇ, ਉਹ ਆਕੜ ਰੱਖਦਾ, ਉੱਚਾਪਣ ਰੱਖਦਾ, ਇਸ ਕਰਕੇ ਉਹਦਾ ਰੰਗ ਜਿਹੜਾ ਉਹ ਕੱਚਾ ਹੈ। ਅੱਗੇ ਫਿਰ ਜ਼ਿਕਰ ਕਰਦੇ ਨੇ ਕੀੜੀ ਦੇ ਵਿੱਚ ਕਿਵੇਂ ਦੀ ਨਿਮਰਤਾ ਹੈ। ਇਹ ਸਾਰੀਆਂ ਪੌੜੀਆਂ 'ਚ ਸਿੱਖ ਨੂੰ ਨਿਮਰਤਾ ਸਿਖਾਈ ਹੈ ਭਾਈ ਸਾਹਿਬ ਜੀ ਨੇ। ਕਹਿੰਦੇ ਕੀੜੀ ਨਿਕੜੀ ਚਲਤ ਕਰ, ਭ੍ਰਿੰਗੀ ਨੂੰ ਮਿਲ ਭ੍ਰਿੰਗੀ ਹੋਵੈ। ਛੋਟਾ ਜਿਹਾ ਕੀੜਾ, ਇੱਕ ਛੋਟੀ ਜਿਹੀ ਕੀੜੀ ਹੈ, ਉਹ ਜਦੋਂ ਭ੍ਰਿੰਗੀ ਕੀੜੇ ਦੇ ਨਾਲ ਮਿਲ ਕੇ, ਕਿਉਂਕਿ ਭ੍ਰਿੰਗੀ ਕੀੜਾ ਜਿਹੜਾ ਉਹਦੀ ਆਪਣੀ ਔਲਾਦ ਸੰਤਾਨ ਨਹੀਂ, ਉਹ ਛੋਟੀ ਜਿਹੀ ਕੀੜੀ ਨੂੰ ਆਪਣੇ ਕੋਲ ਰੱਖ ਕੇ ਉਹਨੂੰ ਆਪਣੀ ਆਵਾਜ਼ ਦਿੰਦਾ ਹੈ, ਉਹਨੂੰ ਆਪਣਾ ਰੂਪ ਦਿੰਦਾ ਹੈ, ਉਹਦੇ ਕੋਲ ਰਹਿ ਕੇ। ਸੋ ਥੋੜ੍ਹੀ ਜਿਹੀ ਲੰਮੀ ਪ੍ਰਕਿਰਿਆ ਹੁੰਦੀ, ਪਰ ਉਹਦੇ ਕੋਲ ਰਹਿ ਕੇ ਉਹ ਸਧਾਰਨ ਕੀੜੀ ਭ੍ਰਿੰਗੀ ਕੀੜੇ ਦਾ ਰੂਪ ਧਾਰਨ ਕਰ ਜਾਂਦੀ ਹੈ। ਸੋ ਇੱਕ ਪਰਮਾਤਮਾ ਦੀ ਖੇਡ ਹੈ, ਪਰਮਾਤਮਾ ਦਾ ਕੌਤਕ ਹੈ, ਉਹਦਾ ਇੱਕ ਚਲਿਤ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਨਿੱਕੀ ਜਿਹੀ ਕੀੜੀ ਹੈ ਤੇ ਭ੍ਰਿੰਗੀ ਕੀੜੇ ਦੇ ਨਾਲ ਮਿਲ ਕੇ ਉਸੇ ਦਾ ਰੂਪ ਹੋ ਜਾਂਦੀ। ਸੰਸਾਰ ਤੇ ਭ੍ਰਿੰਗੀ ਕੀੜੇ ਦੀ ਨਿਆਈ ਗੁਰੂ ਵੀ ਹਨ ਕੁਛ। ਸੋ ਅੱਗੇ ਕਹਿੰਦੇ ਨਿਕੜੀ ਦਿਸੈ ਮੱਕੜੀ, ਸੂਤ ਮੂੰਹੋਂ ਕੱਢ ਫਿਰ ਸੰਗੋਵੈ। ਹੁਣ ਮੱਕੜੀ ਨਿੱਕੀ ਜੀ ਹੈ, ਪਰ ਮਣਾ ਮੂੰਹ ਸੂਤ ਜਿਹੜਾ ਆਪਣੇ ਮੂੰਹ ਚੋਂ ਕੱਢ ਦਿੰਦੀ। ਨਿੱਕੀ ਜੀ ਮੱਕੜੀ ਕਿਤੇ ਕਮਰੇ 'ਚ, ਘਰ 'ਚ ਆ ਜੇ, ਸਾਰਾ ਘਰ ਕਮਰਾ ਜਿਹੜਾ ਉਹ ਜਾਲੇ ਨਾਲ ਭਰ ਦਿੰਦੀ ਹੈ। ਪਰ ਆਪਣੇ ਮੂੰਹ ਚੋਂ ਕੱਢੀ ਹੋਈ ਲੰਮੀ ਤਾਰ ਫਿਰ ਜਦੋਂ ਕਿਤੇ ਲੋੜ ਪੈਂਦੀ ਉਹਨੂੰ ਆਪਣੇ ਮੂੰਹ ਦੇ ਵਿੱਚ ਹੀ ਫਿਰ ਇਕੱਠੀ ਕਰ ਲੈਂਦੀ। ਉਦਾਹਰਨ ਦੇ ਤੌਰ ਤੇ ਤੁਸੀਂ ਮੱਕੜੀ ਨੂੰ ਹੱਥ 'ਚ ਪਕੜ ਕੇ ਥੱਲੇ ਸੁੱਟੋ, ਉਹ ਆਪਣੇ ਮੂੰਹ 'ਚੋਂ ਤਾਰ ਕੱਢੇਗੀ, ਨਾਲ ਲਮਕ ਜਾਏਗੀ। ਹਿਲਾਓ ਕੁਛ ਨਾ ਕਰੋ, ਫਿਰ ਉਹ ਤਾਰ ਨੂੰ ਸਮੇਟਦੀ ਜਾਏਗੀ, ਫਿਰ ਵਾਪਸ ਤੁਹਾਡੇ ਹੱਥ ਤੱਕ ਆ ਜਾਏਗੀ। ਸੋ ਛੋਟੀ ਜਿਹੀ ਮੱਕੜੀ ਮਣਾ ਮੂੰਹ ਹੀ ਆਪਣੇ ਆਪ ਦੇ ਵਿੱਚੋਂ ਉਹ ਸੈਂਕੜੇ ਗਜ ਸੂਤ ਧਾਗਾ ਕੱਢ ਦਿੰਦੀ ਹੈ, ਤਾਰ ਕੱਢ ਦਿੰਦੀ, ਫਿਰ ਉਹਨੂੰ ਆਪਣੇ ਵਿੱਚ ਨਿਗਲ ਜਾਂਦੀ ਹੈ। ਨਿਕੜੀ ਮੱਖ ਵਖਾਣੀਐ, ਮਾਖਿਓ ਮਿੱਠਾ ਭਾਗਠ ਹੋਵੈ। ਤੇ ਹੁਣ ਸ਼ਹਿਦ ਦੀ ਮੱਖੀ ਜਿਹੜੀ ਨਿਕੜੀ ਮੱਖ ਵਖਾਣੀ ਹੈ, ਬਿਲਕੁਲ ਨਿੱਕੀ ਜੀ ਹੈ ਸ਼ਹਿਦ ਦੀ ਮੱਖੀ, ਪਰ ਕਮਾਲ ਦੀ ਗੱਲ ਹੈ ਕਿ ਆਪਣੇ ਮੂੰਹ ਦੇ ਵਿੱਚੋਂ ਅੰਮ੍ਰਿਤ ਵਰਗਾ ਮਿੱਠਾ ਸ਼ਹਿਦ ਜਿਹੜਾ ਹੈ ਉਹ ਕੱਢਦੀ ਹੈ। ਤੇ ਫਿਰ ਉਹ ਸ਼ਹਿਦ ਜਿਹੜਾ ਕਈ ਧਨ ਪਾਤਰਾਂ ਦੇ ਵਿੱਚ ਮਿੱਠਾ ਭਾਗਠ ਹੋਵੈ, ਉਹ ਚੰਗੇ ਚੰਗੇ ਸ਼ਹਿਦ ਜਿਹੜੇ ਨੇ ਉਹ ਵੱਡੇ ਵੱਡੇ ਧਨ ਪਾਤਰਾਂ ਦੇ ਵਿੱਚ ਪਾਏ ਜਾਂਦੇ ਨੇ, ਅਮੀਰ ਲੋਕਾਂ ਦੇ ਘਰਾਂ ਵਿੱਚ ਜਾਂਦੇ ਨੇ। ਚਲੋ ਅੱਜ ਸ਼ਹਿਦ ਗਰੀਬ ਵੀ ਖਰੀਦਦਾ ਹੈ, ਪਰ ਪਹਿਲੇ ਸਮਿਆਂ ਵਿੱਚ ਸ਼ਹਿਦ ਖਰੀਦਣਾ ਜਿਹੜਾ ਉਹ ਗਰੀਬ ਦੇ ਵੱਸ ਦੀ ਗੱਲ ਨਹੀਂ ਸੀ। ਸੋ ਇਸ ਕਰਕੇ ਭਾਈ ਸਾਹਿਬ ਕਹਿੰਦੇ ਨਿੱਕੀ ਜਿਹੀ ਸ਼ਹਿਦ ਦੀ ਮੱਖੀ ਅੰਮ੍ਰਿਤ ਵਰਗਾ ਸ਼ਹਿਦ ਕੱਢਦੀ ਹੈ, ਤੇ ਉਹ ਸ਼ਹਿਦ ਫਿਰ ਅਮੀਰਾਂ ਦੇ ਘਰੀ ਉਹਨਾਂ ਦੇ ਭਾਂਡਿਆਂ ਵਿੱਚ ਪਹੁੰਚਦਾ ਹੈ। ਨਿਕੜਾ ਕੀੜਾ ਆਖੀਐ, ਪੱਟ ਪਟੋਲੇ ਕਰ ਢੰਗ ਢੋਵੈ। ਤੇ ਫਿਰ ਬਿਲਕੁਲ ਰੇਸ਼ਮ ਦਾ ਕੀੜਾ ਜਿਹੜਾ ਉਹ ਨਿੱਕਾ ਜਿਹਾ, ਬਹੁਤ ਵੱਡਾ ਨਹੀਂ, ਨਿੱਕਾ ਜਿਹਾ ਰੇਸ਼ਮ ਦਾ ਕੀੜਾ ਹੈ, ਪਰ ਉਹਦੇ ਮੂੰਹ ਚੋਂ ਕੱਢੇ ਹੋਏ ਰੇਸ਼ਮ ਦੇ ਧਾਗੇ ਜਿਹੜੇ ਨੇ, ਉਹਦੇ ਚੋਂ, ਖੈਰ ਮੂੰਹ ਚੋਂ ਨਹੀਂ, ਉਹਦੇ ਤੋਂ ਬਣੇ ਹੋਏ ਰੇਸ਼ਮ ਦੇ ਧਾਗੇ ਜਿਹੜੇ ਨੇ, ਰੇਸ਼ਮ ਦੇ ਕੀੜੇ ਤੋਂ ਕੱਢਿਆ ਹੋਇਆ ਤਾਰ ਜਿਹੜੀ ਆ ਉਹਦੇ ਤੋਂ ਫਿਰ ਸੋਹਣੇ ਵਸਤਰ, ਰੇਸ਼ਮ ਦਾ ਕੱਪੜਾ ਤਿਆਰ ਹੁੰਦਾ ਹੈ, ਜਿਸ ਦੇ ਵਿੱਚੋਂ ਫਿਰ ਢੰਗ ਢੋਵੈ, ਭਾਵ ਕਿ ਵਿਆਹ ਆਦਿਕ ਜਦੋਂ ਹੁੰਦੇ ਨੇ, ਰੇਸ਼ਮ ਦੇ ਕੱਪੜੇ ਦੀਆਂ ਵਰੀਆਂ ਬਣਦੀਆਂ ਨੇ, ਰੇਸ਼ਮ ਦੇ ਕੱਪੜੇ ਲੋਕ ਪਹਿਨਦੇ ਨੇ, ਰੇਸ਼ਮ ਦੇ ਕੱਪੜੇ ਜਿਹੜੇ ਸੂਟ ਆਦਿਕ ਉਹ ਦਾਨ ਦੇ ਵਿੱਚ ਦਿੰਦੇ ਨੇ। ਸੋ ਉਹ ਨਿੱਕੇ ਜਿਹੇ ਕੀੜੇ, ਰੇਸ਼ਮ ਦੇ ਕੀੜੇ ਤੋਂ ਪ੍ਰਾਪਤ ਹੋਇਆ ਉਹ ਰੇਸ਼ਮ ਜਿਹੜਾ ਹੈ ਉਹ ਕੀੜਾ ਨਿੱਕਾ ਜਿਹਾ, ਪਰ ਵਿਆਹਾਂ ਦੇ ਵਿੱਚ ਵਰੀਆਂ ਰੇਸ਼ਮ ਦੀਆਂ ਬਣਦੀਆਂ ਨੇ, ਉਹੀ ਕੱਪੜਿਆਂ ਦਾ ਲੈਣ ਦੇਣ ਜਿਹੜਾ ਕੀਤਾ ਜਾਂਦਾ ਹੈ। ਗੁਟਕਾ ਮੂੰਹ ਵਿੱਚ ਪਾਏ ਕੈ, ਦੇਸ ਦਿਸੰਤਰ ਜਾਏ ਖੜੋਵੈ। ਫਿਰ ਗੁਟਕਾ ਮੂੰਹ ਵਿੱਚ ਪਾਏ ਕੈ, ਭਾਵ ਕਿ ਜਿਵੇਂ ਸਪੇਰਾ ਹੈ, ਨਿੱਕਾ ਜਿਹਾ ਮਣਕਾ ਆਪਣੇ ਮੂੰਹ ਦੇ ਵਿੱਚ ਰੱਖਦਾ ਤੇ ਦੇਸ਼ਾਂ ਦੇਸ਼ਾਂਤਰਾਂ ਦਾ ਉਹ ਰਟਨ ਕਰ ਆਉਂਦਾ ਹੈ। ਇਹਦੇ ਵਿੱਚ ਮਣਕੇ ਦੀ ਇੱਕ ਸ਼ਕਤੀ ਵੀ ਮੰਨੀ ਜਾਂਦੀ ਗ੍ਰੰਥਾਂ ਦੇ ਵਿੱਚ, ਕਿ ਉਹਨੂੰ ਮੂੰਹ ਵਿੱਚ ਰੱਖ ਕੇ ਉਹ ਦੇਸ਼ਾਂ ਦਾ ਰਟਨ ਕਰ ਆਉਂਦਾ ਹੈ, ਗਾਇਬ ਵੀ ਹੋ ਜਾਂਦਾ ਹੈ।
ਪਰ ਸ਼ਾਇਦ ਇਹ ਕਲਾ ਬਹੁਤ ਘੱਟ ਦੇਖਣ ਵਿੱਚ ਮਿਲਦੀ, ਪੜ੍ਹਨ ਵਿੱਚ ਮਿਲਦੀ, ਪਰ ਇਹਨੂੰ ਮੰਨਿਆ ਜ਼ਰੂਰ ਜਾਂਦਾ ਹੈ। ਸੋ ਦੂਸਰਾ, ਮਣਕਾ ਆਪਣੇ ਕੋਲ ਰੱਖ ਕੇ ਕਈ ਦੂਰ ਦੁਰਾਡੇ ਉਹ ਚੱਕਰਵਰਤੀ ਹੋ ਕੇ ਸਪੇਰਾ ਜਿਹੜਾ ਉਹ ਰਾਜ ਕਰ ਲੈਂਦਾ ਹੈ। ਕਾਰਨ ਕਿਉਂਕਿ ਉਹਦੇ ਕੋਲ ਮਣਕਾ ਹੈ ਤੇ ਉਸ ਮਣਕੇ ਦੇ ਨਾਲ ਉਹ ਸੱਪ ਦੀ ਜ਼ਹਿਰ ਜਿਹੜੀ ਉਹ ਖਿੱਚ ਲੈਂਦਾ, ਕਿਸੇ ਨੂੰ ਸੱਪ ਲੜਿਆ ਹੋਵੇ। ਇਸ ਅਰਥ ਵਿੱਚ ਵੀ ਕਹਿ ਸਕਦੇ ਹਾਂ ਤਾਂ ਉਹ ਥਾਵਾਂ ਥਾਵਾਂ ਤੇ ਜਿਵੇਂ ਵੈਦ ਨੂੰ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕ ਬੁਲਾਉਂਦੇ ਨੇ। ਸੋ ਇਸ ਤਰ੍ਹਾਂ ਨਿੱਕਾ ਜਿਹਾ ਮਣਕਾ ਕੋਲ ਲੈ ਕੇ ਤੇ ਉਹ ਸਪੇਰਾ ਜਿਹੜਾ ਉਹਨੂੰ ਮੂੰਹ ਵਿੱਚ ਰੱਖ ਕੇ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਜਾ ਪਹੁੰਚਦਾ ਹੈ। ਮੋਤੀ ਮਾਣਕ ਹੀਰਿਆਂ ਪਾਤ ਸਾਹੋ ਲੈ ਹਾਰ ਪਰੋਵੈ। ਫਿਰ ਜ਼ਿਕਰ ਕਰਦੇ ਮੋਤੀ ਮਾਣਕ ਤੇ ਹੀਰਿਆਂ ਦੇ ਹਾਰ ਜਿਹੜੇ ਨੇ। ਹੁਣ ਮੋਤੀ ਵੀ ਛੋਟਾ ਜਿਹਾ ਹੀ ਹੈ, ਹੀਰਾ ਵੀ ਬੜਾ ਛੋਟਾ ਜਿਹਾ ਹੈ, ਮਾਣਕ ਵੀ ਬੜਾ ਛੋਟਾ ਜਿਹਾ ਹੈ, ਪਰ ਇਹ ਆਪਣੇ ਆਪ ਨੂੰ ਵਿਨਾਉਂਦੇ ਨੇ। ਇਹਨਾਂ ਦੇ ਹਾਰ ਪਰੋਏ ਜਾਂਦੇ। ਤੇ ਹੁਣ ਮੋਤੀ ਹੀਰਿਆਂ ਦੇ ਹਾਰ ਕੋਈ ਗਰੀਬ ਆਮ ਮਜ਼ਦੂਰ ਮਨੁੱਖ ਜਿਹੜਾ ਨਹੀਂ ਪਹਿਨਦਾ, ਜੋ ਆਮ ਸੰਸਾਰ ਦੇ ਵਿੱਚ ਸਿਰਫ ਰੋਜ਼ੀ ਰੋਟੀ ਮੁਸ਼ਕਲ ਨਾਲ ਕਮਾਉਂਦਾ ਹੋਵੇ। ਸੋ ਇਹਨਾਂ ਦੇ ਹਾਰ ਵੱਡੇ ਅਮੀਰਜ਼ਾਦੇ, ਪੁਰਾਣੇ ਸਮੇਂ 'ਚ ਬਾਦਸ਼ਾਹ ਲੋਕ, ਧਨਾਢ ਲੋਕ, ਵੱਡੇ ਵੱਡੇ ਰਾਜੇ ਜਿਹੜੇ ਹਨ ਉਹ ਪਹਿਨਦੇ ਹਨ। ਭਾਵ ਇਹ ਹੈ ਕਿ ਨਿੱਕੇ ਜਿਹੇ ਹਨ ਇਹ ਤਿੰਨੇ, ਹੀਰਾ ਮੋਤੀ ਮਾਣਕ ਨਿੱਕੇ ਜਿਹੇ, ਪਰ ਬਾਦਸ਼ਾਹਾਂ ਦੇ ਗਲਿਆਂ ਦਾ ਸ਼ਿੰਗਾਰ ਬਣਦੇ ਹਨ। ਪਾਏ ਸਮਾਇਣ ਦਹੀਂ ਬਿਲੋਵੈ। ਤੇ ਫਿਰ ਦਹੀਂ ਨੂੰ ਜਾਗ ਲਾ ਕੇ ਲੋਕ ਰਿੜਕਦੇ ਨੇ। ਹੁਣ 10 ਕਿਲੋ ਦੁੱਧ ਹੋਵੇ ਤੇ ਉਹਦੇ ਵਿੱਚ 10 ਕਿਲੋ ਦਹੀਂ ਨਹੀਂ ਪੈਂਦਾ, ਉਹਦੇ ਵਿੱਚ ਜਾਗ ਲਾਉਣੀ ਤੇ ਮਹਿਜ ਕੋਈ 100 ਗ੍ਰਾਮ ਦਹੀਂ, 2-4 ਚਮਚੇ ਮਸਾਂ ਹੀ ਉਹਦੇ 'ਚ ਦਹੀਂ ਦੇ ਪੈਣੇ ਨੇ ਤੇ ਉਹ ਸਾਰਾ 10-12 ਕਿਲੋ ਦੁੱਧ ਜਿਹੜਾ ਉਹ ਜੰਮ ਜਾਂਦਾ ਹੈ। ਸੋ ਇੱਥੋਂ ਭਾਈ ਸਾਹਿਬ ਜੀ ਨੇ ਇਹ ਸਮਝਾਇਆ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਇਹ ਵੱਡੇ ਫਲ ਧਾਰਨ ਕਰਦੀਆਂ ਨੇ ਤੇ ਇਹਨਾਂ ਵਿੱਚੋਂ ਨਿਮਰਤਾ ਉਪਦੇਸ਼ ਦਿੱਤਾ ਹੈ। ਸੋ ਇਸੇ ਤਰ੍ਹਾਂ ਇਹਦੇ ਵਿੱਚ ਇਹ ਸਮਝਾਇਆ, ਭਰਿੰਗੀ ਕੀੜਾ ਜਿਹੜਾ ਹੈ ਉਹ ਆਪਣਾ ਰੂਪ ਦੂਜੇ ਨੂੰ ਦਿੰਦਾ। ਨਿੱਕੀ ਜਿਹੀ ਕੀੜੀ ਭਰਿੰਗੀ ਦਾ ਰੂਪ ਬਣ ਜਾਂਦੀ ਹੈ। ਨਿੱਕੀ ਜਿਹੀ ਮੱਕੜੀ ਆਪਣੇ ਮੂੰਹ 'ਚੋਂ ਤਾਰਾਂ ਕੱਢ ਕੇ ਸਮਾ ਲੈਂਦੀ ਕਿੰਨੀਆਂ ਵੱਡੀਆਂ। ਨਿੱਕਾ ਜਿਹਾ ਰੇਸ਼ਮ ਦਾ ਕੀੜਾ ਹੈ, ਨਿੱਕੀ ਜਿਹੀ ਸ਼ਹਿਦ ਦੀ ਮੱਖੀ ਹੈ। ਇਸੇ ਤਰ੍ਹਾਂ ਮੂੰਹ ਦੇ ਵਿੱਚ ਪਾਇਆ ਗੁਟਕਾ ਮਣਕਾ ਜਿਹੜਾ ਉਹ ਨਿੱਕਾ ਜਿਹਾ ਹੈ। ਫਿਰ ਰਾਜਿਆਂ ਨੇ ਜੋ ਧਾਰਨ ਕੀਤਾ ਹੀਰਾ ਮੋਤੀ ਆਦਿਕ, ਉਹ ਵੀ ਨਿੱਕਾ ਜਿਹਾ ਹੈ। ਸੋ ਇਸ ਤਰ੍ਹਾਂ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਪਰ ਬੜਾ ਵੱਡਾ ਮਾਣ ਪ੍ਰਾਪਤ ਕਰਦੀਆਂ ਹਨ। ਇਸ ਤਰ੍ਹਾਂ ਭਾਵ ਸਿੱਖ ਦੇ ਕੋਲ ਨਿਮਰਤਾ ਹੋਵੇ ਤੇ ਨਿਮਰਤਾ ਜਿਹੜੀ ਹੈ ਉਹ ਇਸ ਨਿਮਰਤਾ ਨੂੰ ਧਾਰਨ ਕਰਕੇ ਸਿੱਖ ਜਿਹੜਾ ਮਾਣ ਪ੍ਰਾਪਤ ਕਰਦਾ ਹੈ। 7 ਪੌੜੀਆਂ ਤੋਂ ਬਾਅਦ 8ਵੀਂ ਪੌੜੀ 'ਚ ਹੁਣ ਸਮਝਾਉਂਦੇ, ਲੱਤਾਂ ਹੇਠ ਲਤਾੜੀਐ ਕਾਹੂ ਨਾ ਕੱਢੈ ਸਾਹੁ ਵਿਚਾਰਾ। ਹੁਣ ਘਾਹ ਦੇ ਵਿੱਚ ਕਿੰਨੀ ਨਿਮਰਤਾ ਹੈ। ਜਿਵੇਂ ਪਿੱਛੇ ਧਰਤੀ ਦੀ ਨਿਮਰਤਾ ਵੀ ਦੱਸੀ, ਮਜੀਠ ਦੀ ਨਿਮਰਤਾ ਦੱਸੀ। ਸੋ ਹੁਣ ਕਹਿੰਦੇ ਘਾਹ ਦੇ ਵਿੱਚ ਨਿਮਰਤਾ ਦੇਖੋ। ਲੱਤਾਂ ਹੇਠ ਲਤਾੜੀ ਹੈ, ਸਾਰਾ ਦਿਨ ਲੱਤਾਂ 'ਚ ਲਤਾੜਿਆ ਜਾਂਦਾ। ਕਿਸੇ ਰਾਹ 'ਤੇ ਉੱਗਿਆ ਹੋਵੇ, ਸਾਰਾ ਦਿਨ ਉਹਦੇ 'ਚੋਂ ਲੋਕ ਲੰਘਦੇ ਨੇ, ਪਸ਼ੂ ਚਰਦੇ ਹੋਣ ਕਿਸੇ ਥਾਂ 'ਤੇ, ਸਾਰਾ ਦਿਨ ਪਸ਼ੂ ਉਸ ਘਾਹ ਦੇ ਉੱਤੇ ਤੁਰੇ ਫਿਰਦੇ ਨੇ। ਸੋ ਇਸ ਤਰ੍ਹਾਂ ਸਾਰਾ ਦਿਨ ਲੱਤਾਂ ਹੇਠ ਲਤਾੜਿਆ ਜਾਂਦਾ ਪੈਰਾਂ ਦੇ ਹੇਠ, ਪਰ ਵਿਚਾਰਾ ਸਾਹ ਨਹੀਂ ਕੱਢਦਾ, ਉੱਚੀ ਆਵਾਜ਼ ਤੱਕ ਨਹੀਂ ਕੱਢਦਾ, ਚੀਕਾਂ ਤੱਕ ਨਹੀਂ ਮਾਰਦਾ, ਕਿਸੇ ਨੂੰ ਉਲਾਮੇ ਤੱਕ ਨਹੀਂ ਦਿੰਦਾ। ਗੋਰਸ ਦੇ ਖੜ ਖਾਏ ਕੈ ਗਾਏ ਗਰੀਬੀ ਪਰ ਉਪਕਾਰਾ। ਤੇ ਗਊ ਵਿਚਾਰੀ ਜਿਹੜੀ ਹੈ, ਗਰੀਬ ਗਾਂ ਜਿਹੜੀ ਹੈ, ਇਹਨੂੰ ਖਾ ਕੇ ਦੁੱਧ ਦਿੰਦੀ ਹੈ। ਕੁਝ ਲੋਕ ਵੱਢ ਕੇ ਲਿਜਾਂਦੇ ਨੇ ਘਾਹ ਨੂੰ, ਘਰੇ ਬੰਨੇ ਪਸ਼ੂਆਂ ਨੂੰ ਪਾ ਦਿੰਦੇ। ਬਾਕੀ ਚਾਰਦੀਆਂ ਹੋਈਆਂ ਗਾਵਾਂ ਜਿਹੜੀਆਂ ਜਾਂ ਗਰੀਬ ਗਾਵਾਂ ਭਾਵ ਅਵਾਰਾ ਗਾਵਾਂ, ਹੁਣ ਉਹ ਤਾਂ ਘਾਹ ਖਾ ਕੇ ਹੀ ਗੁਜ਼ਾਰਾ ਕਰਦੀਆਂ ਨੇ, ਉਹਨਾਂ ਨੂੰ ਤੇ ਕੋਈ ਤੂੜੀ ਪੱਠੇ ਨਹੀਂ ਪਾਉਂਦਾ। ਭਾਵ ਇਹ ਹੈ ਗਾਂ ਇਸ ਘਾਹ ਨੂੰ ਖਾਂਦੀ ਹੈ, ਫਿਰ ਸੋਹਣਾ ਅੰਮ੍ਰਿਤ ਵਰਗਾ ਦੁੱਧ ਦਿੰਦੀ ਤੇ ਪਰਉਪਕਾਰ ਕਰਦੀ ਹੈ। ਉਸ ਤੋਂ ਬਾਅਦ ਫਿਰ ਦੁੱਧੋਂ ਦਹੀਂ ਜਮਾਈਐ ਦਹੀਂਓਂ ਮੱਖਣ ਸ਼ਾਹ ਪਿਆਰਾ। ਉਸੇ ਦੁੱਧ ਤੋਂ ਫਿਰ ਦਹੀਂ ਜੰਮਦਾ ਤੇ ਦਹੀਂ ਨੂੰ ਫਿਰ ਜਦੋਂ ਰਿੜਕਿਆ ਜਾਂਦਾ ਉਹਦੇ ਵਿੱਚੋਂ ਮੱਖਣ ਸ਼ਾਹ ਪਿਆਰਾ, ਬਹੁਤ ਸੋਹਣਾ ਪਿਆਰਾ ਮੱਖਣ ਨਿਕਲਦਾ ਤੇ ਨਾਲ ਬਹੁਤ ਸੋਹਣੀ ਜਿਹੜੀ ਉਹਦੇ ਵਿੱਚੋਂ ਛਾਛ, ਜਿਹਨੂੰ ਲੱਸੀ ਕਹਿੰਦੇ ਹਾਂ, ਉਹ ਛਾਛ ਪ੍ਰਾਪਤ ਹੁੰਦੀ। ਇਹ ਦੋਵੇਂ ਪਿਆਰੇ ਲੱਗਦੇ ਨੇ, ਮੱਖਣ ਵੀ ਪਿਆਰਾ ਲੱਗਦਾ ਤੇ ਲੱਸੀ ਵੀ ਬੜੀ ਪਿਆਰੀ ਲੱਗਦੀ। ਪੰਜਾਬ ਦੇ ਵਿੱਚ ਸ਼ੌਂਕ ਨਾਲ ਆਪਾਂ ਪੀਂਦੇ ਖਾਂਦੇ। ਸੋ ਇਸ ਤਰ੍ਹਾਂ ਕਹਿੰਦੇ, ਘੇ ਤੇ ਹੋਵਣ ਹੋਮ ਜਗ ਢੰਗ ਸੁਆਰਥ ਚੱਜ ਅਚਾਰਾ। ਫਿਰ ਜਦੋਂ ਉਸ ਮੱਖਣ ਨੂੰ ਗਰਮ ਕਰਕੇ ਉਹਦੇ ਤੋਂ ਘਿਓ ਬਣਦਾ, ਉਸੇ ਘਿਓ ਤੋਂ ਫਿਰ ਵੱਡੇ ਵੱਡੇ ਹੋਮ ਜਗ ਹੁੰਦੇ ਨੇ ਤੇ ਵਿਆਹਾਂ ਦੇ ਕਈ ਵੱਡੇ ਵੱਡੇ ਕਾਰਜ ਜਿਹੜੇ ਚੱਜ ਅਚਾਰਾ ਭਲੇ ਕੰਮ ਜਿਹੜੇ ਨੇ, ਢੰਗ ਸੁਆਰਥ ਵਿਆਹ ਆਦਿਕ ਖੁਸ਼ੀਆਂ ਦੇ ਜਿਹੜੇ ਸਮੇਂ ਹੁੰਦੇ ਨੇ, ਚੱਜ ਅਚਾਰਾ ਹੋਰ ਵੀ ਜਿਹੜੇ ਭਲੇ ਕੰਮ ਹੁੰਦੇ ਨੇ, ਫਿਰ ਹੋਵਣ ਹੋਮ ਜਗ, ਉਹ ਸਾਰਿਆਂ ਦੇ ਵਿੱਚ ਘਿਓ ਵਰਤਿਆ ਜਾਂਦਾ ਹੈ।
ਚੰਗੇ ਖੁਸ਼ੀਆਂ ਦੇ ਕੰਮਾਂ 'ਚ ਘਿਓ, ਭਾਵ ਕਿ ਹਰ ਚੰਗੇ ਕੰਮ ਦੇ ਵਿੱਚ ਜਦੋਂ ਕੋਈ ਪੂਜਾ ਹੁੰਦੀ, ਕੋਈ ਜਗ ਹੁੰਦਾ, ਜੋਤ ਜਗਦੀ, ਉਹਦੇ 'ਚ ਫਿਰ ਉਹੀ ਦੇਸੀ ਘਿਓ ਜਿਹੜਾ ਉਹ ਵਰਤਿਆ ਜਾਂਦਾ ਹੈ। ਧਰਮ ਧੌਲ ਪ੍ਰਗਟ ਹੋਏ, ਧੀਰਜ ਵਹੈ ਸਹੈ ਸਿਰ ਭਾਰਾ। ਫਿਰ ਉਸੇ ਗਾਂ ਤੋਂ ਬਲਦ ਜਨਮ ਲੈਂਦਾ ਹੈ। ਗਾਂ ਦਾ ਵੱਛਾ ਜਿਹੜਾ ਹੈ ਉਹ ਫਿਰ ਜਦੋਂ ਬਲਦ ਬਣਦਾ ਹੈ ਤਾਂ ਧੀਰਜ ਧਾਰਨ ਕਰਕੇ ਆਪਣੇ ਹਲ ਜਿਹੜੇ ਹੈ ਉਹਨਾਂ ਨੂੰ ਖਿੱਚਦਾ ਹੈ, ਗਲ ਦੇ ਵਿੱਚ ਪੰਜਾਲੀ ਪਾ ਕੇ ਖਿੱਚਦਾ ਹੈ, ਹਲਾਂ ਨੂੰ ਖਿੱਚਦਾ ਹੈ, ਭਾਰਾ ਗੱਡਾ ਖਿੱਚਦਾ ਹੈ। ਸੋ ਇਸ ਤਰ੍ਹਾਂ ਬਲਦ ਜਿਹੜਾ ਉਸ ਭਾਰ ਨੂੰ ਖਿੱਚਦਾ ਨਾਲ ਵਗਦਾ ਹੈ ਤੇ ਸਿਰ ਦੇ ਉੱਤੇ ਭਾਰ ਚੁੱਕਦਾ ਹੈ। ਉਸ ਵਿਚਾਰੇ ਦਾ ਧਰਮ ਜਿਹੜਾ ਹੈ, ਧੀਰਜ ਵਹੈ ਸਹੈ ਸਿਰ ਭਾਰਾ, ਉਹਦਾ ਇਹ ਧਰਮ ਬਣ ਚੁੱਕਾ ਹੈ। ਧਰਮ ਦਾ ਅਰਥ ਉਹਦਾ ਫਰਜ਼ ਬਣ ਜਾਂਦਾ ਹੈ। ਬਲਦ ਫਿਰ ਸਾਰੀ ਜ਼ਿੰਦਗੀ ਉਹਦਾ ਇਹ ਧਰਮ ਹੈ, ਉਹਨੇ ਗੱਡੇ ਖਿੱਚਣੇ ਨੇ, ਉਹਨੇ ਹਲ ਖਿੱਚਣੇ ਨੇ, ਉਹਨੇ ਗਲ ਵਿੱਚ ਪੰਜਾਲੀਆਂ ਪਾ ਕੇ ਚੱਲਣਾ ਹੈ, ਉਹਨੇ ਸਿਰ 'ਤੇ ਭਾਰ ਸਹਿਣ ਕਰਨਾ, ਉਹਨੇ ਭਾਰ ਖਿੱਚਣਾ ਹੈ, ਖੇਤਾਂ ਦਾ ਕੰਮ ਕਰਨਾ, ਉਹਦਾ ਇਹ ਧਰਮ ਬਣ ਜਾਂਦਾ ਹੈ। ਪਰ ਬਲਦ ਸਾਰੀ ਜ਼ਿੰਦਗੀ ਆਪਣੇ ਇਸ ਧਰਮ ਨੂੰ ਨਿਭਾਉਂਦਾ ਹੈ ਅਤੇ ਧੀਰਜ ਧਾਰਨ ਕਰਦਾ ਹੈ, ਕਦੀ ਉਲਾਮਾ ਨਹੀਂ ਦਿੰਦਾ। ਅਤੇ ਇਸ ਤਰ੍ਹਾਂ ਆਪਣਾ ਧਰਮ ਜਿਹੜਾ ਬੜੀ ਧੀਰਜਤਾ, ਬੜੀ ਸਹਿਣਸ਼ੀਲਤਾ ਨਾਲ ਪੂਰਾ ਕਰਦਾ ਹੈ। ਇੱਕ ਇੱਕ ਜਾਓ ਜਣੇਂਦਿਆਂ, ਚਹੋ ਚੱਕਾਂ ਵਿੱਚ ਵਗ ਹਜ਼ਾਰਾ। ਇੱਕ ਇੱਕ ਗਾਂ ਦੇ ਵੱਛੇ, ਜਦੋਂ ਗਾਂ ਤੋਂ ਵੱਛਿਆਂ ਨੇ ਜਨਮ ਲਿਆ ਹੈ, ਉਹ ਬਲਦ ਬਣੇ ਤਾਂ ਇਸ ਜਾਣਨ ਤੋਂ ਹਜ਼ਾਰਾਂ ਵੱਗ ਚਾਰ ਚੱਕਾਂ ਦੇ ਵਿੱਚ ਪ੍ਰਗਟ ਹੋਏ। ਹੁਣ ਹਜ਼ਾਰਾਂ ਬਲਦ ਨੇ ਧਰਤੀ ਦੇ ਉੱਤੇ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਚਾਰੇ ਦਿਸ਼ਾਵਾਂ 'ਚ, ਕਿਸਾਨਾਂ ਕੋਲ, ਆਮ ਲੋਕਾਂ ਕੋਲ, ਚਲੋ ਅੱਜ ਘੱਟ, ਪਹਿਲਾਂ ਬਲਦ ਹਰ ਘਰ ਦੇ ਵਿੱਚ ਹੀ ਤਕਾਜ਼ਨ ਹੁੰਦਾ ਸੀ। ਇਹ ਸਾਰੀਆਂ ਨੂੰ ਕਿਹਨੇ ਜਨਮ ਦਿੱਤਾ? ਇਹਨਾਂ ਬਲਦਾਂ ਨੂੰ ਗਾਂ ਨੇ ਹੀ ਜਨਮ ਦਿੱਤਾ। ਹੋਰ ਇਹ ਬਲਦ ਕਿਤੇ ਹੋਰ ਕਿਸੇ ਪਸ਼ੂ ਤੋਂ ਤਾਂ ਪੈਦਾ ਹੁੰਦੇ ਨਹੀਂ ਹਨ। ਸੋ ਇਸ ਤਰ੍ਹਾਂ ਇੱਕ ਇੱਕ ਗਾਂ ਤੋਂ ਪੈਦਾ ਹੋਏ ਇਹ ਬੱਚੇ, ਇਹ ਬਲਦਾਂ ਦਾ ਰੂਪ ਧਾਰਨ ਕਰਕੇ ਚੌਂ ਚੱਕਾਂ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹੋ ਗਏ। ਤ੍ਰਿਣ ਅੰਦਰ ਵੱਡਾ ਪਾਸਾਰਾ। ਇਸ 8ਵੀਂ ਪੌੜੀ ਵਿੱਚ ਕਹਿੰਦੇ ਨੇ ਭਾਈ ਸਾਹਿਬ ਜੀ, ਕਹਿੰਦੇ ਘਾਹ ਦੇ ਵਿੱਚ ਵੱਡਾ ਪਸਾਰਾ ਹੈ। ਇਹ ਸਾਰਾ ਕੁਝ ਘਾਹ ਤੋਂ ਹੋਇਆ। ਮੈਂ ਫਿਰ ਸ਼ਬਦ ਦੁਹਰਾਵਾਂ, ਘਾਹ ਦੀ ਨਿਮਰਤਾ ਸੀ, ਉਹ ਪੈਰਾਂ ਹੇਠ ਲਤਾੜਿਆ ਗਿਆ ਪਰ ਉਹਨੇ ਸਾਹ ਨਹੀਂ ਕੱਢਿਆ। ਗਾਂ ਨੇ ਘਾਹ ਨੂੰ ਖਾਧਾ, ਉਸ ਗਾਂ ਨੇ ਦੁੱਧ ਦਿੱਤਾ, ਦੁੱਧ ਤੋਂ ਦਹੀਂ ਬਣਿਆ, ਦਹੀਂ ਤੋਂ ਮੱਖਣ, ਮੱਖਣ ਤੋਂ ਘਿਓ ਬਣਿਆ। ਉਸ ਘਿਓ ਨੂੰ ਹੋਮ ਜਗ ਆਦਿਕ ਸ਼ੁਭ ਕਰਮਾਂ ਦੇ ਵਿੱਚ ਵਰਤਿਆ ਗਿਆ ਅਤੇ ਗਾਂ ਨੇ ਆਖਰ ਘਾਹ ਖਾਧਾ ਸੀ, ਉਹਦੇ ਅੰਦਰ ਤਾਕਤ ਬਲ ਆਇਆ, ਉਹਦੇ ਅੰਦਰ ਉਸ ਘਾਹ ਦੇ ਨਾਲ ਖੂਨ ਬਣਿਆ, ਉਹਦੇ ਅੰਦਰ ਉਹਦਾ ਪਿੰਡ ਬਣਿਆ। ਸੋ ਇਸ ਤਰ੍ਹਾਂ ਅੱਗੇ ਉਹ ਮਾਂ ਬਣੀ, ਉਹਨੇ ਬਲਦਾਂ ਨੂੰ ਜਨਮ ਦਿੱਤਾ। ਉਹ ਬਲਦ ਜਿਹੜੇ ਸੀ ਫਿਰ ਸਾਰੀ ਧਰਤੀ ਦੇ ਉੱਤੇ ਕਿਰਸਾਨੀ ਦੇ ਕੰਮ ਆਏ। ਸੋ ਇਸ ਤਰ੍ਹਾਂ ਇੱਕ ਘਾਹ ਦੇ ਤਿਨਕਿਆਂ ਤੋਂ ਇੰਨਾ ਵੱਡਾ ਇਹ ਜਿਹੜਾ ਪਸਾਰਾ ਹੈ ਇਹ ਬਣ ਗਿਆ ਹੈ। ਸੋ ਭਾਈ ਸਾਹਿਬ ਜੀ ਇਹ ਸਮਝਾਉਂਦੇ ਕਿ ਨਿਮਰਤਾ ਦਾ ਨਿਮਾਣਾ ਘਾਹ ਜਿਹੜਾ ਨਾ, ਇਹ ਘਾਹ ਨੇ ਕਿੰਨੇ ਵੱਡੇ ਵੱਡੇ ਕੰਮ ਕੀਤੇ ਅਤੇ ਪਰਉਪਕਾਰ ਦਾ ਆਸਰਾ ਬਣਿਆ, ਕਿਉਂਕਿ ਇਹ ਘਾਹ ਤੋਂ ਹੀ ਪਰਉਪਕਾਰ ਹੋਏ। ਜੇ ਬਲਦ ਨੇ ਤਾਂ ਉਹ ਵੀ ਪਰਉਪਕਾਰ ਕਰਦੇ, ਕਿਸਾਨਾਂ ਦੀ ਖੇਤੀ ਕਰਦੇ ਨੇ। ਸੋ ਇਸ ਤਰ੍ਹਾਂ ਘਾਹ ਤੋਂ ਨਿਮਰਤਾ ਸੀ ਅਤੇ ਨਿਮਰਤਾ ਤੋਂ ਬੜਾ ਵੱਡਾ ਪਸਾਰਾ ਹੋ ਗਿਆ। ਗੁਰੂ ਕਿਰਪਾ ਦੇ ਸਦਕਾ ਚੌਥੀ ਪਾਵਨ ਵਾਰ ਦੀਆਂ 8 ਪੌੜੀਆਂ ਸੰਪੂਰਨ ਹੋਈਆਂ। ਗੁਰੂ ਸਾਹਿਬ ਕਿਰਪਾ ਕਰਨ 9ਵੀਂ ਪੌੜੀ ਦੀ ਵਿਚਾਰ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸੋ ਇਹਨਾਂ ਪਾਵਨ ਪੌੜੀਆਂ ਦੇ ਵਿੱਚ ਭਾਈ ਸਾਹਿਬ ਨੇ ਸਿੱਖ ਨੂੰ ਨਿਮਰਤਾ ਸਿਖਾਈ ਹੈ। ਗੁਰੂ ਕਿਰਪਾ ਕਰੇ ਸਾਡੇ ਅੰਦਰ ਨਿਮਰਤਾ ਆਵੇ। ਇੱਕ ਇੱਕ ਜਾਓ ਜਣੇਂਦਿਆਂ, ਚੌਹ ਚੱਕਾਂ ਵਿੱਚ ਵਗ ਹਜ਼ਾਰਾ। ਤ੍ਰਿਣ ਅੰਦਰ ਵੱਡਾ ਪਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।